ਇੱਕ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼। ਸ਼੍ਰੀ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਪਾਦ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀ ਸਾਜੀ, ਪੁਨ ਪੁਨ ਸੀ ਬੰਦਾ। ਬਾਰ ਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਗਏ ਭੁਜ ਪ੍ਰਭ ਨਿਜ ਕੰਠ ਲਗਾਇਓ। ਬ੍ਰਹਮ ਗਿਆਨ ਮਨ ਵਿਖੇ ਟਿਕਾਇਓ। ਅਦਿਤ ਪ੍ਰਸੰਨ ਹੋਏ ਟਿਕ ਰਾਖੈ। ਨਿਜ ਮਨ ਬਾਤ ਤਾਹੇ ਸੋ ਭਾਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਜਗਤ ਜਲੰਦੇ ਨੂੰ ਤਾਰਨ ਹਾਰੇ, ਕਿਰਪਾ ਨਿਧਾਨ ਜੁਗੋ ਜੁਗ ਅਟਲ। ਜਗਤ ਗੁਰੂ, ਸ਼ਬਦ ਗੁਰੂ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਪਵਿੱਤਰ ਹਜ਼ੂਰੀ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਚਰਨ ਛੋਹ ਵਸਾਏ ਹੋਏ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਰੋਜ਼ਾਨਾ ਦੀ ਮਰਿਆਦਾ ਅਨੁਸਾਰ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਔਰ ਆਪ ਸਮੂਹ ਸੰਗਤ ਦੂਰ ਨੇੜੇ ਤੋਂ ਚੱਲ ਕੇ ਗੁਰੂ ਘਰ ਦੇ ਵਿੱਚ ਪਹੁੰਚੇ ਹੋ, ਸੰਗਤ ਕਰ ਰਹੇ ਹੋ, ਸੇਵਾਵਾਂ ਦੇ ਵਿੱਚ ਗਰੀਬ ਨਿਵਾਜ ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ, ਸਭਨਾਂ ਦੀ ਸੇਵਾ ਥਾਏ ਪਾਵਨ ਅਰਦਾਸ ਸੰਪੂਰਨ ਕਰਨ। ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਲੜੀਵਾਰ ਇਤਿਹਾਸ ਗੁਰੂ ਸਾਹਿਬਾਨਾਂ ਦਾ ਜੀਵਨ ਸਰਵਣ ਕਰਦੇ ਹਾਂ ਔਰ ਲੜੀਵਾਰ ਜੋ ਕਥਾ ਵਿਚਾਰ ਚੱਲ ਰਹੀ ਹੈ ਉਸ ਵਿੱਚ 6ਵੇਂ ਪਾਤਸ਼ਾਹ ਜੀ ਦਾ ਜੀਵਨ ਵਿਸਥਾਰ ਸਹਿਤ ਆਪਾਂ ਰੋਜ਼ਾਨਾ ਸਰਵਣ ਕਰਦੇ ਹਾਂ। ਅੱਜ ਵੀ ਜਿੱਥੇ 6ਵੇਂ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਬਚਨ ਸਰਵਣ ਕਰਨੇ ਹਨ, ਉੱਥੇ ਨਾਲ ਹੀ ਕਿਉਂਕਿ ਜਿਹੜੇ ਕੁਛ ਇਤਿਹਾਸਕ ਦਿਨ ਚੱਲਦੇ ਹਨ, ਆਉਂਦੇ ਹਨ, ਉਹਨਾਂ ਦੀ ਵਿਚਾਰ ਵੀ ਜ਼ਰੂਰੀ ਹੈ। ਅੱਜ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਜੀ ਦਾ ਜਿਹੜਾ ਮੋਰਚਾ ਸੀਗਾ ਉਹ ਆਰੰਭ ਹੋਇਆ ਸੀਗਾ, ਮੋਰਚਾ ਲੱਗਿਆ ਸੀਗਾ। ਇਸ ਕਰਕੇ ਇਸ ਦਿਨ ਦਾ ਇਤਿਹਾਸ ਹੈ। ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ, ਬੋਲੋ ਜੀ ਵਾਹਿਗੁਰੂ। ਆਪਾਂ ਉਹਨਾਂ ਸਾਰੇ ਬੇਅੰਤ ਗੁਰੂ ਕੇ ਸਿੱਖਾਂ ਦਾ ਧਿਆਨ ਧਾਰ ਕੇ ਰੋਜ਼ ਵਾਹਿਗੁਰੂ ਬੋਲਦੇ ਹਾਂ ਜਾਂ ਉਹਨਾਂ ਨੂੰ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਹੈ। ਸਾਡੇ ਪੰਥ ਨੇ ਉਹਨਾਂ ਦੇ ਨਾਮ ਦੀ ਅਰਦਾਸ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਬੰਦ ਕਟਵਾਏ ਤੇ ਖੋਪੜੀਆਂ ਲੁਹਾਈਆਂ ਧਰਮ ਵਾਸਤੇ। ਔਰ ਅੱਜ ਇਹ ਇਤਿਹਾਸਕ ਦਿਨ ਵੀ ਹੈ। ਆਓ ਇਤਿਹਾਸਕ ਦਿਨ ਪ੍ਰਥਾਏ ਔਰ ਇਹ ਜੋ ਲੜੀਵਾਰ ਇਤਿਹਾਸ ਹੈ, ਪਾਵਨ ਕਥਾ ਵਿਚਾਰ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਇੱਕ ਵਾਰੀ ਆਰੰਭਤਾ ਤੋਂ ਪਹਿਲਾਂ ਅਦਬ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ। 6ਵੇਂ ਪਾਤਸ਼ਾਹ ਜੀ ਦਾ ਜੀਵਨ ਕਰ ਰਹੇ ਸੀ ਔਰ ਪਾਤਸ਼ਾਹ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਚੌਥਾ ਬਹੁਤ ਵੱਡਾ ਜੰਗ ਜਿੱਤ ਕਰ ਔਰ ਇੱਥੇ ਬਾਬਾ ਬੁੱਢਣ ਸ਼ਾਹ ਜੋ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਸੀ, ਬਹੁਤ ਬਿਰਧ ਬਾਬਾ, ਅਖੀਰਲੇ ਸਾਹਾਂ ਤੇ 6ਵੇਂ ਪਾਤਸ਼ਾਹ ਜੀ ਨੂੰ ਯਾਦ ਕਰ ਰਿਹਾ ਸੀਗਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪ੍ਰਣ ਕੀਤਾ ਸੀ, ਵਾਅਦਾ ਕੀਤਾ ਸੀ, ਇਹ ਬੁੱਢਣ ਸ਼ਾਹ ਤੈਨੂੰ ਦਰਸ਼ਨ ਦੇਵਾਂਗੇ ਜਦੋਂ ਅਸੀਂ 6ਵੇਂ ਸਰੀਰ ਦੇ ਵਿੱਚ ਹੋਵਾਂਗੇ। ਤੇ
ਉਹ ਕੀਤਾ ਹੋਇਆ ਵਾਅਦਾ ਪ੍ਰਣ ਜਿਹੜਾ ਹੈ ਉਹ ਨਿਭਾਉਂਦਿਆਂ ਹੋਇਆਂ ਜੋਤ ਓਹਾ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਹੈ। ਜੋਤ ਉਹੀ ਹੈ, ਸਰੀਰ ਵੱਖਰਾ ਹੈ। ਅੱਜ ਛੇਵੇਂ ਪਾਤਸ਼ਾਹ ਜੀ ਬਾਬਾ ਬੁੱਢਣ ਸ਼ਾਹ ਨੂੰ ਅਖੀਰ ਵਾਲੇ ਵੇਲੇ ਦਰਸ਼ਨ ਦਿੱਤੇ, ਨਿਹਾਲ ਹੋਇਆ, ਉਹਨੇ ਪ੍ਰਾਣ ਛੱਡੇ, ਉਹਦਾ ਜੀਵਨ ਸਫਲ ਹੋਇਆ। ਔਰ ਇਸੇ ਤਰ੍ਹਾਂ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੀ ਨੂੰ ਸੰਗਤਾਂ ਦੀ ਇੱਕ ਚਿੱਠੀ ਆਈ ਹੈ ਉੱਧਰਲੇ ਪਾਸਿਓਂ, ਜਿੱਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਦੇ ਗਏ ਸਨ, ਭਾਵ ਲੰਕਾ ਵਾਲੇ ਪਾਸੇ, ਸੰਗਲਾ ਦੀਪ ਵਾਲੇ ਪਾਸੇ ਇੱਕ ਟਾਪੂ ਹੈ, ਤੇ ਉੱਥੇ ਦੀ ਸੰਗਤ ਜਿੱਥੇ ਕਦੇ ਸਤਿਗੁਰਾਂ ਗੁਰੂ ਨਾਨਕ ਸਾਹਿਬ ਜੀ ਜਾ ਕਰਕੇ ਰਹੇ ਸਨ, ਰਾਜੇ ਸ਼ਿਵਨਾਬ ਨੂੰ ਤਾਰਿਆ ਸੀਗਾ। ਉੱਥੋਂ ਦੀ ਸੰਗਤ ਨੇ ਛੇਵੇਂ ਪਾਤਸ਼ਾਹ ਜੀ ਨੂੰ ਯਾਦ ਕੀਤਾ, ਸਤਿਗੁਰੂ ਜੀ ਆਓ ਦੀਦਾਰ ਬਖਸ਼ੋ। ਹਾਲਾਤਾਂ ਨੂੰ ਦੇਖਦਿਆਂ ਹੋਇਆਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬਿਧੀ ਚੰਦ ਜੀ ਨੂੰ ਭੇਜਦੇ ਹਨ। ਬਾਬਾ ਬਿਧੀ ਚੰਦ ਜੀ ਉੱਥੇ ਰਹੇ। ਪਹਿਲਾਂ ਰਸਤੇ ਦੇ ਵਿੱਚ ਇੱਕ ਬਹੁਤ ਵੱਡਾ ਫਕੀਰ ਸੁੰਦਰ ਸ਼ਾਹ, ਜਿਹੜਾ ਬੜਾ ਵੱਡਾ ਕਰਾਮਾਤੀ ਹੈ, ਬਾਬਾ ਬਿਧੀ ਚੰਦ ਜੀ ਦਾ ਇਹਨਾਂ ਨਾਲ ਮਿਲਾਪ ਹੋਇਆ। ਉਹਨੂੰ ਸਿੱਧਾ ਮਾਰਗ, ਧਰਮ ਦਾ ਮਾਰਗ ਦੱਸਿਆ ਤੇ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਹੈ। ਇਹ ਫਕੀਰ ਗੁਰੂ ਕਾ ਦਾਸ ਬਣ ਗਿਆ ਬਾਬਾ ਬਿਧੀ ਚੰਦ ਜੀ ਦੇ ਰਾਹੀਂ। ਫਿਰ ਬਾਬਾ ਬਿਧੀ ਚੰਦ ਜੀ ਅਗਾਂਹ ਗਏ ਤੇ ਉੱਥੇ ਜਾ ਕਰਕੇ ਲੰਕਾ ਦੇ ਕੋਲ ਇੱਕ ਟਾਪੂ ਹੈ, ਉੱਥੋਂ ਦੀਆਂ ਸੰਗਤਾਂ ਨੇ ਯਾਦ ਕੀਤਾ, ਸੁਨੇਹਾ ਭੇਜਿਆ, ਬਾਬਾ ਬਿਧੀ ਚੰਦ ਜੀ ਉੱਥੇ ਪਹੁੰਚੇ। 1 ਮਹੀਨਾ ਰਹੇ ਤੇ ਰੋਜ਼ਾਨਾ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਕਰਦੇ ਹਨ, ਸਿਮਰਨ ਕਰਦੇ ਹਨ। ਧਰਮਸ਼ਾਲਾ ਕਾਇਮ ਪਹਿਲਾਂ ਦੀ ਸੰਗਤ ਨੇ ਕੀਤੀ ਹੈ। ਬਹੁਤ ਵੱਡੀ ਸੰਗਤ ਨੇੜਲੇ ਇਲਾਕਿਆਂ ਦੇ ਵਿੱਚੋਂ, ਨਗਰਾਂ ਦੇ ਵਿੱਚੋਂ ਇਕੱਠੀ ਹੁੰਦੀ ਹੈ, ਸਤ ਸੰਗਤ ਹੁੰਦਾ ਹੈ। ਬਾਬਾ ਬਿਧੀ ਚੰਦ ਜੀ ਗੁਰੂ ਘਰ ਦਾ ਇਤਿਹਾਸ, ਅੰਮ੍ਰਿਤ ਗੁਰਬਾਣੀ ਦੀ ਕਥਾ ਵਿਚਾਰ ਕਰਕੇ, ਪ੍ਰੇਰਨਾ ਦੇ ਕਰਕੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਿਆ। ਜਿੱਥੇ ਇਹਨਾਂ ਦੇ ਵੱਡੇ ਵਡੇਰੇ ਸਤਿਗੁਰਾਂ ਦੇ ਦਰਸ਼ਨ ਪਾ ਕਰਕੇ ਨਿਹਾਲ ਹੋਏ ਸਨ, ਉੱਥੇ ਗੁਰੂ ਕੇ ਸਿੱਖ ਦੇ ਦੀਦਾਰ ਕਰਕੇ ਇਹ ਵੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ ਕਿ ਛੇਵੇਂ ਪਾਤਸ਼ਾਹ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ ਹੈ। 1 ਮਹੀਨਾ ਬਾਬਾ ਬਿਧੀ ਚੰਦ ਜੀ ਇੱਥੇ ਰਹੇ। ਵਾਪਸ ਆਉਂਦਿਆਂ ਬਹੁਤ ਵੱਡੀਆਂ ਭੇਟਾਵਾਂ, ਘੋੜੇ, ਸੋਨਾ, ਚਾਂਦੀ, ਬਸਤਰ, ਮਾਇਆ ਤੇ ਕਈ ਨੌਕਰ। ਛੇਵੇਂ ਪਾਤਸ਼ਾਹ ਜੀ ਦਾ ਹੁਕਮ ਸੀਗਾ ਜਿਵੇਂ ਕਿ ਭਾਈ ਨੌਜਵਾਨ ਆਪਣੀਆਂ ਜਵਾਨੀਆਂ ਵੀ ਭੇਟ ਕਰਨ। ਬਾਬਾ ਬਿਧੀ ਚੰਦ ਜੀ ਨੇ ਸਾਰੇ ਬਚਨ ਸੁਣਾਏ ਹਨ ਤੇ ਕਈ ਗੁਰੂ ਕੀ ਸੈਨਾ ਦੇ ਵਿੱਚ ਆਏ ਤੇ ਕਈ ਗੁਰੂ ਘਰ ਦੇ ਸੇਵਾਦਾਰ ਹਮੇਸ਼ਾ ਤੋਂ ਬਣਨ ਵਾਸਤੇ ਗੁਰੂ ਘਰ ਦੇ ਵਿੱਚ ਪਹੁੰਚੇ ਹਨ ਬਾਬਾ ਬਿਧੀ ਚੰਦ ਜੀ ਦੇ ਨਾਲ। ਬਾਬਾ ਬਿਧੀ ਚੰਦ ਜੀ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ। ਸਤਿਗੁਰੂ ਜੀ ਖੁਸ਼ ਹੋਏ, ਪ੍ਰਸੰਨ ਹੋਏ। ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਹੋਰਨਾਂ ਇਲਾਕਿਆਂ ਦੇ ਵਿੱਚ ਜਾਂਦੇ ਹੋਏ ਔਰ ਆਉਂਦੇ ਹੋਏ ਬਾਬਾ ਬਿਧੀ ਚੰਦ ਜੀ ਕਰਦੇ ਰਹੇ। ਲੰਮੇ ਸਮੇਂ ਤੋਂ ਬਾਅਦ 1 ਮਹੀਨਾ ਉੱਥੇ ਰਹਿ ਕਰਕੇ ਤੇ ਹੋਰ ਇੱਧਰ ਉੱਧਰ ਪ੍ਰਚਾਰ ਕਰਕੇ ਬਾਬਾ ਬਿਧੀ ਚੰਦ ਜੀ ਵਾਪਸ ਆਏ ਹਨ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਨਾਲ ਬੜਾ ਪਿਆਰ ਕੀਤਾ, ਸਤਿਕਾਰ ਕੀਤਾ ਹੈ। ਪੁਰਾਣੇ ਸਮੇਂ ਦੇ ਵਿੱਚ ਗੁਰੂ ਕੇ ਯੋਧੇ ਕੇਵਲ ਉਹ ਜੁਝਾਰੂ ਯੋਧੇ ਹੀ ਨਹੀਂ ਸਨ, ਉਹਨਾਂ ਕੋਲ ਬਹੁਤ ਵੱਡਾ ਗੁਰਬਾਣੀ ਦਾ ਗਿਆਨ ਵੀ ਸੀਗਾ ਤੇ ਨਾਲ ਨਾਲ ਬਹੁਤ ਵੱਡੇ ਉਹ ਪ੍ਰਚਾਰਕ ਵੀ ਸਨ। ਦੋਵੇਂ ਕੰਮਾਂ ਦੇ ਵਿੱਚ ਹੀ ਪ੍ਰਪੱਖ ਸਨ ਔਰ ਸਿੱਖ ਹੀ ਅਗਾਂਹ ਪ੍ਰਚਾਰ ਕਰਦੇ ਹਨ ਤੇ ਸਿੱਖਾਂ ਤੋਂ ਹੀ ਕਈ ਸਿੱਖ ਧਰਮ ਦੇ ਵਿੱਚ ਆ ਰਹੇ ਹਨ, ਸਿੱਖਾਂ ਤੋਂ ਪ੍ਰੇਰਨਾ ਲੈ ਕੇ। ਸੋ ਬਾਬਾ ਬਿਧੀ ਚੰਦ ਜੀ ਵਾਪਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ ਹਨ। ਸਤਿਗੁਰਾਂ ਨੇ ਸਤਿਕਾਰ ਕੀਤਾ ਹੈ। ਆਓ ਇਸ ਤੋਂ ਜਿਹੜਾ ਅਗਲੇਰਾ ਇਤਿਹਾਸ ਹੈ ਭਾਵਨਾ ਸਹਿਤ ਸਰਵਣ ਕਰੀਏ ਜੀ। ਇੱਕ ਵਾਰੀ ਇਕਾਗਰਤਾ ਦੇ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਏ ਪੁੱਜ ਪ੍ਰਭ ਨਿਜ ਕੰਠ ਲਗਾਇਓ। ਤੇ ਬਾਬਾ ਬਿਧੀ ਚੰਦ ਜੀ ਨੂੰ ਸਤਿਗੁਰਾਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੂੰ, ਅਨੇਕਾਂ ਧਾਰਮਿਕ ਪੁਰਸ਼ਾਂ ਨੂੰ, ਪੀਰਾਂ ਫਕੀਰਾਂ ਨੂੰ ਵੀ ਜਿਹੜੇ
ਅਜ਼ਮਤਾਂ ਦੇ ਪਿੱਛੇ, ਕਰਾਮਾਤਾਂ ਦੇ ਪਿੱਛੇ ਲੱਗੇ ਹੋਏ ਸਨ। ਉਹਨਾਂ ਨੂੰ ਵੀ ਬਾਬਾ ਬਿਧੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਿਆ ਅਤੇ ਸਿੱਧਾ ਮਾਰਗ ਦੱਸਿਆ ਹੈ। ਅਤੇ ਜਦੋਂ ਬਾਬਾ ਬਿਧੀ ਚੰਦ ਜੀ ਨੇ ਸਾਰਾ ਕੁਛ ਆ ਕੇ ਸੁਣਾਇਆ ਅਤੇ ਛੇਵੇਂ ਪਾਤਸ਼ਾਹ ਜੀ ਇਤਨੇ ਪ੍ਰਸੰਨ ਹੋਏ ਕਿ ਬਾਬਾ ਬਿਧੀ ਚੰਦ ਜੀ ਨੂੰ ਗਹਿ ਭੁਜ ਪ੍ਰਭ ਨਿਜ ਕੰਠ ਲਗਾਏ। ਮੋਢਿਆਂ ਤੋਂ ਪਕੜ ਕੇ ਬਾਬਾ ਬਿਧੀ ਚੰਦ ਜੀ ਨੂੰ ਸਤਿਗੁਰਾਂ ਨੇ ਆਪਣੇ ਕੰਠ ਦੇ ਨਾਲ ਲਾਇਆ ਹੈ। ਬ੍ਰਹਮ ਗਿਆਨ ਮਨ ਵਿਖੇ ਟਿਕਾਇਓ। ਔਰ ਬਾਬਾ ਬਿਧੀ ਚੰਦ ਜੀ ਮਨ ਦੇ ਵਿੱਚ ਬ੍ਰਹਮ ਦਾ ਸਾਰੇ ਤਰ੍ਹਾਂ ਦਾ ਗਿਆਨ ਗੁਰੂ ਕੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੋਇਆ, ਟਿਕਿਆ ਹੈ। ਅਤ ਪ੍ਰਸੰਨ ਹੋਏ ਟਿਕ ਰਾਖੈ। ਔਰ ਬੜੀ ਪ੍ਰਸੰਨਤਾ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਸਾਹਿਬ ਜੀ ਬਾਬਾ ਬਿਧੀ ਚੰਦ ਜੀ ਨੂੰ ਕੋਲ ਰੱਖਦੇ ਹਨ। ਨਿਜ ਮਨ ਕਾਲ ਤਾਹੇ ਸੋ ਭਾਖੈ। ਤੇ ਕਈ ਵਾਰੀ ਬੜੀਆਂ ਦੀਰਘ ਗੱਲਾਂ, ਮਨ ਦੀਆਂ ਕਈ ਬਾਤਾਂ ਵਿਚਾਰਾਂ ਬਾਬਾ ਬਿਧੀ ਚੰਦ ਜੀ ਨਾਲ ਪਾਤਸ਼ਾਹ ਸਾਂਝੀਆਂ ਵੀ ਕਰਦੇ ਹਨ। ਇਸ ਪ੍ਰਕਾਰ ਦੇ ਗੁਰੂ ਬਿਤਾਵੈ। ਤੇ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਹੁਣ ਕੁਝ ਸਮਾਂ ਟਿਕਾਊ ਬਣਿਆ ਹੋਇਆ ਹੈ। ਤੇ ਸਤਿਗੁਰਾਂ ਨੇ ਸਾਰਾ ਜਿਹੜਾ ਧਿਆਨ ਹੈ ਉਹ ਸਿੱਖੀ ਦੇ ਪ੍ਰਚਾਰ ਦੇ ਵਿੱਚ ਲਾਇਆ ਹੈ। ਸਤਿਗੁਰਾਂ ਨੇ ਹੋਰ ਵੀ ਕਈ ਸਿੱਖ ਇੱਧਰ ਉੱਧਰ ਭੇਜੇ। ਪਾਤਸ਼ਾਹ ਜੀ ਆਪ ਬਹੁਤੇ ਦੂਰ ਇਲਾਕਿਆਂ ਦੇ ਵਿੱਚ ਭਾਵੇਂ ਨਹੀਂ ਗਏ, ਪਰ ਜਿਹੜੇ ਮਸੰਦ ਥਾਪੇ ਹੋਏ ਸਨ, ਮਸੰਦ ਤੋਂ ਭਾਵ ਸੀਗਾ ਪ੍ਰਚਾਰਕ ਜਥੇਦਾਰ, ਉਹਨਾਂ ਦਾ ਸਤਿਗੁਰਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਦੂਰ ਨੇੜੇ ਭੇਜਿਆ। ਅਨੇਕਾਂ ਹੋਰ ਸਿੱਖਾਂ ਨੂੰ ਵੀ ਭੇਜਿਆ ਹੈ। ਅਤੇ ਜਿਹਦੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਬਹੁਤ ਵੱਡਾ ਪ੍ਰਚਾਰ ਦੁਨੀਆ ਦੇ ਵਿੱਚ ਵੱਖਰੇ ਵੱਖਰੇ ਦੂਰ ਨੇੜੇ ਕਈ ਦੇਸ਼ਾਂ ਦੇ ਵਿੱਚ ਹੋਇਆ ਹੈ। ਔਰ ਗੁਰੂ ਕੀ ਸਿੱਖੀ ਦੇ ਵਿੱਚ ਬੇਅੰਤ ਪੁਰਸ਼ਾਂ ਦਾ ਮਨ ਭਿੱਜਦਾ ਹੈ। ਅਨੇਕਾਂ ਵਹਿਮ ਭਰਮ ਕਰਮ ਕਾਂਡ ਛੱਡ ਕੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸੰਗਤ ਪ੍ਰਸੰਨ ਹੁੰਦੀ ਹੈ। ਔਰ ਸਤਿਗੁਰੂ ਜੀ ਫਿਰ ਸਤਲੁਜ ਦੇ ਕੰਢੇ ਤੇ ਜਾ ਕਰਕੇ ਇੱਧਰ ਉੱਧਰ ਜਾ ਕਰਕੇ ਪਹਾੜੀਆਂ ਕੀਰਤਪੁਰ ਸਾਹਿਬ ਜੀ ਦੀਆਂ ਪਵਿੱਤਰ ਧਰਤੀ ਤੇ ਬਣੀਆਂ ਹੋਈਆਂ ਹਨ। ਸਤਿਗੁਰੂ ਜੀ ਛੇਵੇਂ ਪਾਤਸ਼ਾਹ ਜੀ ਉੱਥੇ ਵਿਚਰਦੇ ਹਨ। ਔਰ ਨਿਰਮਲ ਜਲ ਦੀ ਬਹੁਤ ਵੱਡੀ ਪਾਤਸ਼ਾਹ ਜੀ ਸਿਫਤ ਮਹਿਮਾ ਕਰਦੇ ਹਨ। ਔਰ ਇਹਨਾਂ ਦਿਨਾਂ ਦੇ ਵਿੱਚ ਪਾਵਸ ਕਹਿਣ ਤੋਂ ਭਾਵ ਬਰਸਾਤ ਦੀ ਜਿਹੜੀ ਰੁੱਤ ਹੈ ਉਹ ਆਰੰਭ ਹੋਈ ਹੈ। ਭਾਵ ਸਾਵਣ ਦਾ ਤੇ ਭਾਦਰੋਂ ਦਾ ਜਿਹੜਾ ਮਹੀਨਾ ਹੈ ਉਹ ਆਇਆ ਹੈ। ਇਹ ਰੁੱਤ ਚੜੀ ਹੈ। ਆਈ ਕਹਿਣ ਲੱਗੇ ਕਿ ਚਾਰੇ ਪਾਸੇ ਜਿਹੜੀ ਹੈ ਸੁੰਦਰ ਜਿਹੜੀਆਂ ਘਟਾਵਾਂ ਛਾ ਜਾਂਦੀਆਂ ਹਨ। ਕਈ ਵਰਖਾ ਹੁੰਦੀ ਹੈ, ਜਿਸ ਤਰ੍ਹਾਂ ਵਿੱਚ ਜਿਹੜੀ ਹੈ ਉਹ ਵਰਖਾ ਹੋਈ ਹੈ। ਸਾਵਣ ਆਇਆ ਹੇ ਸਖੀ ਜਲ ਹਰ ਵਰਸਨ ਹਾਰ। ਸਾਵਣ ਦਾ ਮਹੀਨਾ ਜਲ ਵਰਸਦਾ ਹੈ। ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਹੈ। ਪਹਾੜਾਂ ਦੇ ਵਿੱਚ ਪਾਤਸ਼ਾਹ ਜੀ ਗਏ ਹਨ ਤੇ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਤੇ ਵੱਖਰੀਆਂ ਵੱਖਰੀਆਂ ਘਟਾਵਾਂ ਛਾਂਦੀਆਂ ਹਨ, ਬੱਦਲ ਚੜ੍ਹਦੇ ਹਨ ਤੇ ਮੌਲੇ ਧਾਰ ਮੀਂਹ ਪੈਂਦਾ ਹੈ। ਸੰਗਤ ਸਾਰੀ ਪ੍ਰਸੰਨ ਹੁੰਦੀ ਹੈ ਤੇ ਅੱਤ ਦੀ ਗਰਮੀ ਤੋਂ ਜੀਵ ਜੰਤੂਆਂ ਨੂੰ ਸਾਹ ਮਿਲਦਾ ਹੈ, ਰੱਜਵਾਂ ਜਲ ਮਿਲਦਾ ਹੈ। ਜੰਗਲ ਦੇ ਵਿੱਚ ਬਣੇ ਹੋਏ ਜਿਹੜੇ ਪਾਣੀ ਦੇ ਡੂੰਘੇ ਟੋਏ ਹਨ, ਸਾਰੇ ਜੀਵ ਜੰਤੂ ਪਸ਼ੂ ਪੰਛੀ ਜਲ ਛਕ ਕੇ ਪ੍ਰਸੰਨ ਹੁੰਦੇ ਹਨ। ਔਰ ਨਦੀਆਂ ਦੇ ਵਿੱਚ ਵੀ ਜਿੱਥੇ ਕਈ ਵਾਰੀ ਪਾਣੀ ਖੜ ਵੀ ਜਾਂਦਾ ਹੈ, ਘਟ ਵੀ ਜਾਂਦਾ ਹੈ, ਪਰ ਇਹਨਾਂ ਦੇ ਵਿੱਚ ਨਵਾਂ ਜਿਹੜਾ ਪਾਣੀ ਹੈ ਉਹ ਵਹਿ ਰਿਹਾ ਹੈ ਤੇ ਉੱਪਰੋਂ ਲੱਪਾ ਲੱਪ ਭਰੀਆਂ ਹੋਈਆਂ ਹਨ। ਔਰ ਨਦੀਆਂ ਕਈ ਵਾਰੀ ਤਾਂ ਪਾਣੀ ਬੜਾ ਘਟ ਜਾਂਦਾ ਹੈ, ਪਰ ਇਹਨਾਂ ਦਿਨਾਂ ਦੇ ਵਿੱਚ ਨਦੀਆਂ ਜਿਹੜੀਆਂ ਇੱਧਰ ਉੱਧਰ ਵੀ ਜਾਂਦੀਆਂ ਹਨ, ਕੰਢਿਆਂ ਨੂੰ ਭੋਰ ਦਿੰਦੀਆਂ ਹਨ। ਔਰ ਜਿਹੜਾ ਘਾਹ ਹੈ, ਬੂਟੇ ਹਨ, ਉਹ ਫੈਲਦੇ ਹਨ, ਵੱਧਦੇ ਹਨ, ਹਰਿਆਵਲਤਾ ਛਾ ਜਾਂਦੀ ਹੈ।
ਸੋਕਰ ਜਿਹੜੇ ਰੁੱਖ ਹਨ ਉਹ ਵੀ ਹਰੇ ਭਰੇ ਹੋ ਜਾਂਦੇ ਹਨ, ਨਵੇਂ ਨਵੇਂ ਪੱਤੇ ਨਿਕਲਦੇ ਹਨ। ਬਹੁਤ ਸੁੰਦਰ ਵਾਤਾਵਰਨ ਬਣਿਆ ਹੋਇਆ ਹੈ। ਜਲ ਜੰਤੂ ਕੁਸ਼ਲਤ ਸੁਖ ਲਹੈ। ਤੇ ਜੀਵ ਜੰਤੂ ਤੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤੂ ਬੜੇ ਹਨ। ਜਦੋਂ ਮੀਂਹ ਪੈਂਦਾ ਹੈ ਤੇ ਪਾਣੀ ਭਰ ਜਾਂਦਾ ਹੈ ਹਰ ਜਗ੍ਹਾ ਤੇ ਉਹ ਛਾਲਾਂ ਮਾਰਦੇ ਹਨ, ਪਾਣੀ ਦੇ ਵਿੱਚ ਟਹਿਲਦੇ ਹਨ, ਆਨੰਦ ਪ੍ਰਾਪਤ ਕਰਦੇ ਹਨ। ਮਨ ਘੋਰਨ ਤੇ ਮੋਰਨ ਸ਼ੋਰ। ਤੇ ਕਹਿਣ ਲੱਗੇ ਸਾਵਣ ਦੇ ਮਹੀਨੇ ਦੇ ਵਿੱਚ ਮੋਰ ਨੱਚਦੇ ਹਨ, ਪੈਲਾਂ ਪਾਉਂਦੇ ਹਨ। ਮੋਰੀ ਰੁਣ ਝੁਣ ਲਾਇਆ, ਗੁਰਬਾਣੀ ਦੇ ਵਿੱਚ ਵੀ ਵਚਨ ਹੈ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਸਾਵਣ ਦੇ ਮਹੀਨੇ ਦੇ ਵਿੱਚ ਪਸ਼ੂ ਪੰਛੀ ਸਾਰੇ ਪ੍ਰਸੰਨ ਹੋ ਰਹੇ ਹਨ। ਤੇ ਕਹਿਣ ਲੱਗੇ ਪਹਾੜਾਂ ਰੁੱਖਾਂ ਦੇ ਵਿੱਚ ਸਤਿਗੁਰੂ ਜੀ ਹਨ, ਇੱਧਰ ਉੱਧਰ ਸੰਗਤ ਨਾਲ ਹੈ ਤੇ ਬੜੇ ਸੁੰਦਰ ਦ੍ਰਿਸ਼ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਹਨ। ਔਰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ 6ਵੇਂ ਪਾਤਸ਼ਾਹ ਜੀ ਬਹੁਤ ਵੱਡਾ ਜੰਗ ਜਿੱਤ ਕੇ ਇੱਥੇ ਆਏ ਹਨ। ਤੇ ਸੁੰਦਰ ਬਹਾਰ ਹੈ ਤੇ ਸੁੰਦਰ ਵਾਤਾਵਰਨ ਹੈ ਤੇ ਸੰਗਤ ਨੂੰ ਦੂਰ ਲੱਗਦਾ ਹੈ ਤੇ ਸੰਗਤ ਵੱਡੀ ਗਿਣਤੀ ਦੇ ਵਿੱਚ ਗਰੀਬ ਨਿਵਾਜ 6ਵੇਂ ਪਾਤਸ਼ਾਹ ਜੀ ਨੂੰ ਵਧਾਈਆਂ ਦੇਣ ਵਾਸਤੇ, ਮਿਲਣ ਵਾਸਤੇ, ਹਾਲ ਚਾਲ ਜਾਣਨ ਵਾਸਤੇ, ਦਰਸ਼ਨ ਕਰਨ ਵਾਸਤੇ ਔਰ ਚਰਨਾਂ ਦੇ ਵਿੱਚ ਅਰਪਿਤ ਕਰਨ ਵਾਸਤੇ ਦਸਵੰਧ ਲੈ ਕਰਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਰਹੀ ਹੈ। ਕਹਿਣ ਲੱਗੇ ਕਿ ਸੁਨੀਅਤ ਕੀਰਤਪੁਰ ਚਹੁ ਔਰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਜਦੋਂ ਦੇ ਪਾਤਸ਼ਾਹ ਜੀ ਆਏ ਹਨ ਤੇ ਧਰਤੀ ਤੇ ਰੌਣਕ ਬਹੁਤ ਜ਼ਿਆਦਾ ਵੱਧ ਗਈ ਹੈ। ਪਾਤਸ਼ਾਹ ਜੀ ਜਿੱਥੇ ਜਾ ਕੇ ਬੈਠ ਗਏ ਉਹ ਜਗ੍ਹਾ ਸੁਹਾਵਣੀ ਹੋ ਗਈ ਹੈ, ਸ਼ੋਭਨੀਕ ਹੋ ਗਈ ਹੈ ਤੇ ਸਾਰੇ ਪਾਸੇ ਕੀਰਤਪੁਰ ਸਾਹਿਬ ਜੀ ਦੀ ਵੱਡੀ ਕੀਰਤੀ ਹੋ ਰਹੀ ਹੈ। ਬਿਨਾ ਧੂਲ ਤੇ ਸੈਲ ਪਿਸਾਲੇ। ਤੇ ਆਮ ਦਿਨਾਂ ਦੇ ਵਿੱਚ ਆਕਾਸ਼ ਦੇ ਵਿੱਚ ਧੂੜ ਉੱਡਦੀ ਹੈ ਤੇ ਆਕਾਸ਼ ਗਗਨ ਸਾਫ਼ ਨਹੀਂ ਹੁੰਦਾ, ਪਰ ਸਾਵਣ ਦੇ ਮਹੀਨੇ ਦੇ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਜਿਹੜਾ ਆਕਾਸ਼ ਹੈ ਬੜਾ ਸਾਫ਼ ਨਿਰਮਲ ਹੈ। ਹਰੇ ਤਰੋਵਰ ਫਲ ਰਸਾਲੇ। ਔਰ ਸੁੰਦਰ ਜਿਹੜੇ ਬ੍ਰਿਸ਼ ਹਨ ਹਰੇ ਭਰੇ ਖੜੇ ਹਨ, ਹਵਾ ਚੱਲਦੀਆਂ ਹਨ, ਮੀਂਹ ਪੈਂਦੇ ਹਨ ਔਰ ਉਹਨਾਂ ਤੋਂ ਸਾਰੀ ਗੰਦਗੀ ਲਹਿ ਗਈ ਹੈ ਤੇ ਸੋਹਣੇ ਹਰੇ ਹਰੇ ਜਿਹੜੇ ਪੱਤੇ ਹਨ ਉਹ ਹਵਾ ਦੇ ਵਿੱਚ ਝੂਮਦੇ ਹਨ। ਭਾਂਤ ਭਾਂਤ ਕੀ ਸ਼ੋਭਾ ਹੋਤ। ਔਰ ਇਸ ਧਰਤੀ ਤੇ ਬੜੀ ਸੁੰਦਰ ਸ਼ੋਭਾ ਸਤਿਗੁਰਾਂ ਦੀ, ਗੁਰੂ ਕੀ ਸੰਗਤ ਔਰ ਇਸ ਪਾਵਨ ਅਸਥਾਨ ਦੀ ਹੈ। ਸਤਿਗੁਰ ਹਿਰਦੈ ਆਨੰਦ ਦਾਤ। ਔਰ ਗਰੀਬ ਨਿਵਾਜ ਪਾਤਸ਼ਾਹ ਜੀ ਵਿਚਰਦੇ ਹਨ, ਇੱਧਰ ਉੱਧਰ ਜਾਂਦੇ ਹਨ, ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਹਨ, ਕਦੇ ਕਦੇ ਸ਼ਿਕਾਰ ਨੂੰ ਚੜ੍ਹਦੇ ਹਨ ਤੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੁੰਦੇ ਹਨ। ਹਰਿਆਵਲ ਹੋਈ ਸਭ ਰਮਣੀ। ਔਰ ਸਾਰੇ ਪਾਸੇ ਹਰਿਆਵਲਤਾ ਹੀ ਛਾ ਗਈ ਹੈ। ਇੰਦ ਵਦੁ ਜੁਗ ਦੇਖਤ ਰਮਣੀ। ਔਰ ਧਰਤੀ ਦਾ ਸੋਕਾ ਦੇਖ ਕੇ ਇੰਦਰ ਨੇ ਮੌਲੇ ਧਾਰਮਿਕ ਪਾਇਆ ਹੈ, ਵਰਖਾ ਕੀਤੀ ਹੈ। ਸਾਰੇ ਪਾਸੇ ਜਿਹੜਾ ਹੈ ਉਹ ਜਗ੍ਹਾ ਪਾਣੀ ਦੇ ਨਾਲ ਭਰੀ ਹੋਈ ਹੈ। ਸਾਵਣ ਅਰ ਭਾਦਰ ਜੁਗ ਮਾਸ। ਤੇ ਸਾਵਣ ਦਾ ਤੇ ਭਾਦਰੋਂ ਦਾ ਦੋ ਜਿਹੜੇ ਇਹ ਮਹੀਨੇ ਆਏ ਹਨ। ਕੀਰਤਪੁਰ ਮੈਂ ਕਰਾਂ ਬਿਲਾਸ। ਤੇ ਸਤਿਗੁਰੂ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਟਿਕੇ ਹਨ, ਕਿਤੇ ਦੂਰ ਨੇੜੇ ਨਹੀਂ ਗਏ ਔਰ ਇੱਥੇ ਲਗਾਤਾਰ ਰਹੇ ਹਨ ਤੇ ਸੰਗਤ ਦੀ ਗਿਣਤੀ ਬੜੀ ਵੱਧ ਗਈ ਹੈ ਤੇ ਕਈ ਤਰ੍ਹਾਂ ਦਾ ਗਿਆਨ ਬਖਸ਼ਦੇ ਹਨ, ਸੰਗਤਾਂ ਦੇ ਨਾਲ ਵਚਨ ਵਿਲਾਸ ਕਰਦੇ ਹਨ, ਯੁੱਧਾਂ ਦਾ ਹਾਲ ਦੱਸਦੇ ਹਨ ਔਰ ਸੰਗਤਾਂ ਦੇ ਮਨਾਂ ਦੇ ਵਿੱਚੋਂ ਕਈ ਤਰ੍ਹਾਂ ਦੇ ਵਹਿਮ ਭਰਮ ਸ਼ੰਕੇ ਦੁਬਿਧਾ ਜਿਹੜੀਆਂ ਸਨ ਸਤਿਗੁਰੂ ਜੀ ਗਿਆਨ ਦੇ ਰਾਹੀਂ ਉਹਨਾਂ ਦੀਆਂ ਦੂਰ ਕਰ ਰਹੇ ਹਨ, ਸੰਗਤਾਂ ਨੂੰ ਖੁਸ਼ੀਆਂ ਦੇ ਰਹੇ ਹਨ। ਸ਼ਬਦ ਕੀਰਤਨ ਹੋਏ। ਚਰਨਾਂ ਦੇ ਵਿੱਚ ਹਮੇਸ਼ਾ ਸੁੰਦਰ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ। ਗੁਰੂ ਕੇ ਰਬਾਬੀ ਸਿੰਘ ਉੱਚੀ ਸੁਰਾਂ ਦੇ ਵਿੱਚ ਪਹਾੜਾਂ ਦੇ ਵਿੱਚ ਬੈਠ ਕੇ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਵੇਰੇ ਸ਼ਾਮ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਮਾਲਕ ਦੀ ਕੀਰਤੀ ਦੇ ਨਾਲ ਜੋੜਦੇ ਹਨ। ਸੁਣ ਸਿੱਖਣ ਗੁਰਮਤਿ ਭਾਈ। ਔਰ ਜਿਹੜੇ ਵੀ ਗੁਰੂ ਕੇ ਪਿਆਰੇ ਇੱਥੇ ਪਹੁੰਚੇ ਹਨ,
ਗੁਰੂ ਕੇ ਚਰਨਾਂ ਦੇ ਵਿੱਚੋਂ ਬਚਨ ਸੁਣ ਕੇ ਤੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਸਰਵਣ ਕਰ ਕਰਕੇ ਉਹਨਾਂ ਨੂੰ ਗੁਰਮਤ ਦਾ, ਗੁਰੂ ਦੀ ਮੱਤ ਦਾ ਜਿਹੜਾ ਗਿਆਨ ਹੈ ਉਹ ਹੋਇਆ ਹੈ। ਗੁਰਸਿੱਖੀ ਕੀ ਹੈ? ਗੁਰਸਿੱਖੀ ਦੇ ਮਾਰਗ 'ਤੇ ਚੱਲਣਾ ਕਿਵੇਂ ਹੈ, ਜੀਵਨ ਸਫਲ ਕਿਵੇਂ ਹੋਣਾ ਹੈ, ਇਹ ਪ੍ਰੇਰਨਾ ਗੁਰੂ ਕੇ ਚਰਨਾਂ ਦੇ ਵਿੱਚੋਂ ਸੰਗਤ ਨੂੰ ਮਿਲਦੀ ਹੈ। ਦੋਹਰਾ ਸ੍ਰੀ ਗੁਰ ਦਿੱਤੇ ਸੰਗ ਮੈਂ ਸੁਪਟ ਬੁੱਲੇ ਤਿਸ ਥਾਨ। ਤੇ ਕਹਿਣ ਲੱਗੇ ਕਿ ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਿਕਾਰਯੋਗ ਸਪੁੱਤਰ ਬਾਬਾ ਗੁਰਦਿੱਤਾ ਜੀ, ਸ਼੍ਰੀ ਗੁਰਦਿੱਤੇ ਸੰਗ ਮੈਂ ਹੈ ਸੁਭਾਟ ਹੁਟੇ। ਬਾਬਾ ਗੁਰਦਿੱਤਾ ਜੀ ਦੇ ਨਾਲ ਗੁਰੂ ਕੇ ਬਹੁਤ ਵੱਡੇ ਯੋਧੇ ਹਮੇਸ਼ਾ ਹੀ ਮੌਜੂਦ ਰਹਿੰਦੇ ਹਨ। ਔਰ ਬਾਬਾ ਗੁਰਦਿੱਤਾ ਜੀ ਨੇ ਜਿਹੜਾ ਹੁਣੇ ਜੰਗ ਹੋਇਆ ਹੈ ਬਹੁਤ ਵੱਡਾ, ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਾਰਾ ਸਮਾਂ ਬਾਬਾ ਗੁਰਦਿੱਤਾ ਜੀ ਅੱਗੇ ਹੋ ਕਰਕੇ ਦੁਸ਼ਮਣਾਂ ਦੇ ਨਾਲ ਬਹੁਤ ਤਗੜਾ ਜੰਗ ਕੀਤਾ ਹੈ, ਯੁੱਧ ਕੀਤਾ ਹੈ, ਤਗੜੇ ਹੱਥ ਦਿਖਾਏ ਹਨ। ਔਰ ਹੁਣ ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦੇ ਨਾਲ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਹਨ। 6ਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਬਾਬਾ ਗੁਰਦਿੱਤਾ ਜੀ ਨੇ ਇਹ ਨਗਰ ਵਸਾਇਆ ਹੈ। ਪਹਿਲਾਂ ਆਣ ਕੇ ਬਾਬਾ ਗੁਰਦਿੱਤਾ ਜੀ ਨੇ ਇਹ ਕੀਰਤਪੁਰ ਸਾਹਿਬ ਜੀ ਦਾ ਪਵਿੱਤਰ ਨਗਰ ਇਸ ਸਪੁੱਤਰ ਗਿਆ ਹੈ। ਹੱਥ ਜੋੜ ਬੋਲੇ ਸਕਲ ਗੁਰ ਸੁਤ ਸੁਨੋ ਸੁਜਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੱਥ ਜੋੜ ਸੁਜਾਨ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੱਥ ਜੋੜ ਬੋਲੇ ਸਕਲ ਗੁਰ ਸਿਤ ਸੁਨੋ ਸੁਜਾਨ। ਕਹਿਣ ਲੱਗੇ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗੁਰੂ ਕੇ ਸਪੁੱਤਰ ਕਹਿਣ ਲੱਗੇ ਕਿ ਬਾਬਾ ਗੁਰਦਿੱਤਾ ਜੀ ਗੁਰੂ ਕੇ ਚਰਨਾਂ ਦੇ ਵਿੱਚ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬੜੇ ਅਦਬ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਦੋਹਰਾ ਪਾਪ ਸਵਰਖਾ ਅਦਿਤ ਹਵੈ ਸਰਤਾ ਸਾਲਨ ਸੈਲ। ਔਰ ਲਗਾਤਾਰ ਇਸ ਮਹੀਨੇ ਦੇ ਵਿੱਚ, ਇਸ ਰੁੱਤ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੈ, ਮੀਂਹ ਹੋ ਰਿਹਾ ਹੈ ਤੇ ਪਹਾੜ, ਵਾਤਾਵਰਨ ਸਾਰੇ ਪਾਸੇ ਬਹੁਤ ਸੁੰਦਰ ਸ਼ੋਭਾ ਹੈ। ਸ੍ਰੀ ਹਰਗੋਬਿੰਦ ਬਹੁ ਕਰੈ ਨੀਚੇ ਉੱਚੇ ਸਕੈਲ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਹੁਣ ਕੁਝ ਸਮਾਂ ਟਿਕਾਓ ਦਾ ਹੈ, ਸ਼ਾਂਤੀ ਦਾ ਹੈ। ਥੋੜ੍ਹੇ ਸਮੇਂ ਬਾਅਦ 4 ਬਹੁਤ ਵੱਡੇ ਜੰਗ ਹੋਏ ਹਨ, ਯੁੱਧ ਹੋਏ ਹਨ ਤੇ ਗਰੀਬਨ ਆਵਾਜ਼ ਸਤਿਗੁਰਾਂ ਨੇ ਹੁਣ ਬਹੁਤਾ ਜਿਹੜਾ ਸਮਾਂ ਹੈ ਉਹ ਪ੍ਰਚਾਰ ਵਾਲੇ ਪਾਸੇ, ਸੰਗਤਾਂ ਨੂੰ ਗਿਆਨ ਤੇ ਸਤ ਸੰਗਤ ਤੇ ਜਾਂ ਫਿਰ ਪਾਤਸ਼ਾਹ ਜੀ ਆਸ-ਪਾਸ ਵਿਚਰਦੇ ਹਨ, ਪਹਾੜਾਂ ਵਾਲੇ ਪਾਸੇ ਵੀ ਜਾਂਦੇ ਹਨ। ਤੇ ਕਹਿਣ ਲੱਗੇ ਸ਼੍ਰੀ ਹਰਗੋਬਿੰਦ ਬਹੁ ਕਰੈ ਨੀਚ ਊਚੈ ਸੈਲ ਗੈਲ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਹਾੜਾਂ ਦੇ ਵਿੱਚ ਦੂਰ ਨੇੜੇ ਵਿਚਰਦੇ ਹਨ। ਜੋ ਭਾਈ ਪਾਵਸ ਕਿਸੀ ਪ੍ਰਕਾਰ ਚਤਾਈ। ਤੇ ਜਿਹੜੀ ਵਰਖਾ ਵਾਲਾ ਜਿਹੜੀ ਇਹ ਰੁੱਤ ਹੈ, ਬਾਰਿਸ਼ ਵਾਲੀ ਜਿਹੜੀ ਇਹ ਰੁੱਤ ਹੈ, ਸਤਿਗੁਰਾਂ ਨੇ ਇੱਥੇ ਲਗਾਤਾਰ ਰਹਿ ਕਰਕੇ ਬਤੀਤ ਕੀਤੀ ਹੈ। ਸਰਦ ਸੁੰਦਰੀ ਸੁਪਨ ਆਈ। ਤੇ ਹੁਣ ਅੱਗੇ ਸਿਆਲ ਦਾ ਜਿਹੜਾ ਸਮਾਂ ਹੈ, ਸਰਦੀ ਦੀ ਜਿਹੜੀ ਰੁੱਤ ਹੈ ਆਰੰਭ ਹੋਈ ਹੈ। ਭਏ ਸੇਤ ਕਨ ਜਲ ਕੋ ਚਰ ਸ਼ੋਰ। ਤੇ ਹੁਣ ਵੱਡੀ ਗਿਣਤੀ ਦੇ ਵਿੱਚ ਬੇਅੰਤ ਸੰਗਤ ਪਹੁੰਚਦੀ ਹੈ ਤੇ ਠੰਡਾ ਹੁਣ ਮੌਸਮ ਹੋਇਆ ਹੈ, ਠੰਡ ਆਈ ਹੈ ਤੇ ਗਰੀਬਨ ਆਵਾਜ਼ ਸਤਿਗੁਰੂ ਜੀ ਲਗਾਤਾਰ ਇੱਥੇ ਹਨ। ਵਿਮਲ ਆਕਾਸ਼ ਭਇਓ ਚਮਕੌਰ। ਔਰ ਆਕਾਸ਼ ਬੜਾ ਨਿਰਮਲ ਹੈ, ਬੜਾ ਸਾਫ਼ ਹੈ, ਸਾਰੇ ਪਾਸੇ ਸੁੰਦਰ ਵਾਤਾਵਰਨ ਹੈ। ਕੰਮ ਕੰਮ ਸ੍ਰੀ ਗੁਰ ਦਿੱਤਾ ਚਰੈ। ਤੇ ਕਦੇ ਕਦੇ 6ਵੇਂ ਪਾਤਸ਼ਾਹ ਜੀ ਦੇ ਨਾਲ ਇਸ ਸੁਹਾਵਣੇ ਮੌਸਮ ਦੇ ਵਿੱਚ, ਸੋਹਣੀ ਰੁੱਤ ਦੇ ਵਿੱਚ ਬਾਬਾ ਗੁਰਦਿੱਤਾ ਜੀ ਵੀ ਸ਼ਿਕਾਰ ਵਾਸਤੇ 6ਵੇਂ ਪਾਤਸ਼ਾਹ ਜੀ ਦੇ ਨਾਲ ਜਾਂਦੇ ਹਨ, ਕਦੇ ਇਕੱਲੇ ਵੀ ਵਿਚਰਦੇ ਹਨ। ਮਹਿਰਾ ਕੇਰ ਬ੍ਰਿਤ ਕੋ ਕਰੈ। ਤੇ ਬੜੇ ਇੱਕ ਮਹਾਨ ਯੋਧੇ ਹਨ ਤੇ ਯੋਧੇ ਜੰਗਲਾਂ ਦੇ ਵਿੱਚ ਸ਼ਿਕਾਰ ਖੇਡਿਆ ਕਰਦੇ ਸਨ,
ਖਤਰਨਾਕ ਜਾਨਵਰਾਂ ਦਾ ਸ਼ਿਕਾਰ ਕਰਦੇ ਸਨ ਕਿ ਸਰੀਰ ਦੇ ਵਿੱਚ ਚੁਸਤੀ ਤੇ ਫੁਰਤੀ ਬਣੀ ਰਹੇ ਤੇ ਯੁੱਧ ਦਾ ਅਭਿਆਸ ਹੁੰਦਾ ਰਹੇ। ਬਾਬਾ ਗੁਰਦਿੱਤਾ ਜੀ ਵੀ ਬਹੁਤ ਦੂਰ ਨੇੜੇ ਵਿਚਰਦੇ ਹਨ ਮਾਸ਼ਤ ਲੇਤ ਸੰਗ ਅਸਵਾਰ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਬੇਅੰਤ ਖੁਸ਼ੀਆਂ ਪ੍ਰਾਪਤ ਕਰਦੇ ਹਨ ਵਿਚਰੈ ਜਹ ਕੈ ਵਿਪਨ ਮਝਾਰ। ਔਰ ਸਾਰੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਦੂਰ ਨੇੜੇ ਤੱਕ ਜਾਂਦੇ ਹਨ। ਸ੍ਰੀ ਹਰਗੋਬਿੰਦ ਥਿਰਤਾ ਗਹੀ। ਤੇ ਕੁਝ ਸਮੇਂ ਬਾਅਦ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਬਿਲਕੁਲ ਸ਼ਾਂਤ ਹੋਏ ਹਨ। ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਸੇ ਤਰ੍ਹਾਂ ਦਾ ਕੋਈ ਜੰਗ ਯੁੱਧ ਦੀ ਸੰਭਾਵਨਾ ਨਹੀਂ ਹੈ। ਬਾਦਸ਼ਾਹ ਦੇ ਨਾਲ ਵੱਡੇ ਜੰਗ ਹੋਏ ਹਨ, ਪਰ ਉਹਨੇ ਵੀ ਅਗਾਂਹ ਤੋਂ ਇੱਕ ਸੁਗੰਧ ਖਾ ਲਈ ਹੈ। 4 ਜੰਗਾਂ ਦੇ ਵਿੱਚ ਵੱਡਾ ਜਦੋਂ ਨੁਕਸਾਨ ਹੋਇਆ ਹੈ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਾਲੇ ਪਾਸੇ ਮੂੰਹ ਕਰਕੇ ਤੇ ਨਮਸਕਾਰ ਕਰਕੇ ਤੇ ਇਹ ਪ੍ਰਣ ਕੀਤਾ ਸੀ ਕਿ ਅਗਾਂਹ ਭਾਵੇਂ ਕੋਈ ਕੁਛ ਵੀ ਕਹੇ, ਪਰ ਮੈਂ ਕਦੇ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਾਲ ਮੱਥਾ ਨਹੀਂ ਲਾਵਾਂਗਾ, ਮੈਂ ਕਦੇ ਚੜ੍ਹਾਈ ਕਰਕੇ ਨਹੀਂ ਜਾਵਾਂਗਾ। ਔਰ ਉਸ ਤੋਂ ਬਾਅਦ ਕਹਿਣ ਲੱਗੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਹੁਣ ਸ਼ਾਂਤ ਹੋ ਗਏ ਹਨ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜੰਗ ਦੀ ਸੰਭਾਵਨਾ ਨਹੀਂ ਹੈ। ਔਰ ਪਾਤਸ਼ਾਹ ਜੀ ਹੁਣ ਬਹੁਤ ਦੂਰ ਨੇੜੇ ਤੱਕ ਨਹੀਂ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾਂ ਜਿੱਥੇ ਬਹੁਤ ਸ਼ਕਤੀਸ਼ਾਲੀ ਘੋੜੇ ਤੇ ਬਹੁਤ ਜ਼ਿਆਦਾ ਹਥਿਆਰ ਯੋਧੇ ਇਕੱਠੇ ਕੀਤੇ ਜਾ ਰਹੇ ਸਨ, ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਤਿਆਰੀ ਰੱਖਦੇ ਸਨ ਤੇ ਸਤਿਗੁਰਾਂ ਨੇ ਬਹੁਤ ਘੱਟ ਜਿਹੜੇ ਹਨ ਹੁਣ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਧਿਆਨ ਸਾਰਾ ਪ੍ਰਚਾਰ ਵਾਲੇ ਪਾਸੇ ਹੈ। ਸ਼ਾਂਤੀ ਬਣੀ ਹੋਈ ਹੈ ਔਰ ਬੇਅੰਤ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਆ ਰਹੀ ਹੈ। ਤਜਿਓ ਰਾਖਬੋ ਸਵਾਨ ਅਰ ਬਾਜ। ਬੇਅੰਤ ਖਤਰਨਾਕ ਜਿਹੜੇ ਜਾਨਵਰ ਤੇ ਬਾਜ ਸ਼ਿਕਾਰ ਖੇਡਣ ਵਾਲੇ ਅਨੇਕਾਂ ਹੋਰ ਜਾਨਵਰ ਜਿਹੜੇ ਸਨ ਉਹ ਸਤਿਗੁਰਾਂ ਨੇ ਘਟਾ ਦਿੱਤੇ, ਕਈ ਛੱਡ ਦਿੱਤੇ ਹਨ। ਜੁਗਮ ਸਮੈ ਸ਼ੁਭ ਸਭਾ ਲਗਾਵੈ। ਤੇ ਹੁਣ ਕੇਵਲ ਦੋਵੇਂ ਸਮੇਂ ਅੰਮ੍ਰਿਤ ਵੇਲੇ ਤੇ ਸ਼ਾਮ ਵੇਲੇ ਬਹੁਤ ਲੰਮਾ ਸਮਾਂ ਜਿਹੜੀ ਸਭਾ ਹੈ ਉਹ ਲੱਗਦੀ ਹੈ। ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਔਰ ਫਿਰ ਬਚਨ ਵਿਲਾਸ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ। ਔਰ ਰਬਾਬੀ ਸਿੰਘ ਬਹੁਤ ਲੰਮਾ ਸਮਾਂ ਬੈਠ ਕੇ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਗਾਉਂਦੇ ਹਨ ਤੇ ਚਾਰੇ ਪਾਸਿਆਂ ਤੋਂ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਹੋਈ ਹੈ। ਔਰ ਵੱਡੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹਨ। ਔਰ ਗੁਰੂ ਕੇ ਸਿੱਖ ਛੇਵੇਂ ਪਾਤਸ਼ਾਹ ਜੀ ਦੇ ਲੰਮੇ ਸਮੇਂ ਬਾਅਦ ਦੀਦਾਰ ਹੋਏ ਹਨ। ਪਾਤਸ਼ਾਹ ਜੀ ਇੱਧਰਲੇ ਇਲਾਕੇ ਦੇ ਵਿੱਚ ਆਪ ਚੱਲ ਕੇ ਆਏ ਹਨ ਤੇ ਸੰਗਤਾਂ ਦੇ ਅੰਦਰ ਬਹੁਤ ਭਾਰੀ ਖੁਸ਼ੀ ਹੈ। ਵੱਡੀ ਗਿਣਤੀ ਦੇ ਚਾ ਕਰਕੇ ਦਰਸ਼ਨ ਪ੍ਰਾਪਤ ਕਰਕੇ ਨਿਹਾਲ ਹੁੰਦੀਆਂ ਹਨ ਤੇ ਅਦਬ ਦੇ ਨਾਲ ਪਿਆਰ ਦੇ ਨਾਲ ਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ ਤੇ ਪਿਆਰੇ ਬਚਨ ਸੁਣ ਕਰਕੇ ਗੁਰੂ ਘਰ ਦੇ ਤੇ ਸੰਗਤਾਂ ਸਿਮਰਨ ਦੇ ਵਿੱਚ ਜੁੜਦੀਆਂ ਹਨ ਔਰ ਅੰਮ੍ਰਿਤ ਬਚਨ ਸੁਣ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਅੰਦਰੋਂ ਸੰਗਤਾਂ ਦੇ ਵਿਕਾਰ ਅਨੇਕਾਂ ਤਰ੍ਹਾਂ ਦੇ ਪਾਪ ਖਤਮ ਹੋ ਰਹੇ ਹਨ। ਕਹਿਣ ਲੱਗੇ ਪਾਏ ਸ਼ਰੇ ਕੋ ਗਮਨੇ ਧਾਮੋ। ਮੁਕਤੀ ਦੀ ਦਾਤ ਪ੍ਰਾਪਤ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਸੇਵਾ ਤੇ ਸਿਮਰਨ ਦੀਆਂ ਦਾਤਾਂ ਪ੍ਰਾਪਤ ਕਰ ਕਰਕੇ ਗੁਰੂ ਕੇ ਪਿਆਰੇ ਗੁਰੂ ਕੇ ਚਰਨਾਂ ਦੇ ਨਾਲ ਜੁੜ ਜੁੜ ਕੇ ਆਨੰਦ ਪ੍ਰਾਪਤ ਕਰਕੇ ਆਪਣੇ ਧਾਮਾਂ ਨੂੰ ਆਪਣੇ ਨਗਰਾਂ ਨੂੰ ਪਰਤਦੇ ਹਨ ਤੇ ਗੁਰੂ ਘਰ ਦੇ ਵਿੱਚ ਬਹੁਤ ਵੱਡੇ ਜੰਗ ਹੋਏ ਹਨ ਤੇ ਸਤਿਗੁਰੂ ਜੀ ਵੈਰੀਆਂ ਦੇ ਸਾਹਮਣੇ ਭਾਵੇਂ ਦੇ ਵਿੱਚ ਆਏ ਪਰ ਪਾਤਸ਼ਾਹ ਜੀ ਹਮੇਸ਼ਾ ਅੜੇ ਹਨ
ਔਰ ਕਾਬਲ ਤੱਕ ਜਿਹੜੀ ਵੱਡੀ ਫੌਜ ਹੈ ਬਾਦਸ਼ਾਹ ਦੀ ਇਕੱਠੀ ਹੋਈ, ਜਿਨ੍ਹਾਂ ਯੋਧਿਆਂ ਦਾ ਸੰਬੰਧ ਬੜੇ ਦੂਰ ਦੂਰ ਇਲਾਕਿਆਂ ਦੇ ਨਾਲ ਹੈ। ਕਹਿਣ ਲੱਗੇ ਕਾਬਲ ਆਦਿਕ ਕੇ ਨਰ ਮਰੇ, ਕਿਉਂਕਿ ਜਿਹੜਾ ਹੁਣ ਪਿਛਲੇ ਜੰਗ ਦੇ ਵਿੱਚ ਕਾਲੇ ਖਾਂ ਜਿਹੜਾ ਆਇਆ ਹੈ, ਇਹਦਾ ਸੰਬੰਧ ਪਿਸ਼ੌਰ ਦੇ ਨਾਲ ਹੈ। ਇਹ ਦੂਰ ਤੋਂ ਚੱਲ ਕੇ ਆਇਆ ਹੈ ਅਤੇ ਜਿਹੜਾ ਕੁਤਬ ਖਾਂ ਸੀਗਾ ਉਹ ਜਲੰਧਰ ਦਾ ਨਵਾਬ ਹੈ। ਅਤੇ ਬਾਦਸ਼ਾਹ ਦੀ ਸੈਨਾ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਦੇ ਵਿੱਚੋਂ ਜਿਹੜੇ ਯੋਧੇ ਬਹਾਦਰ ਭਰਤੀ ਸਨ। ਨੇੜੇ ਦੇ ਯੋਧਿਆਂ ਨੇ ਬਹੁਤ ਵੱਡਾ ਯੁੱਧ ਸਤਿਗੁਰਾਂ ਦੇ ਨਾਲ ਕੀਤਾ ਹੈ ਅਤੇ ਅਨੇਕਾਂ ਯੋਧੇ ਜੰਗ ਦੇ ਵਿੱਚ ਪਾਤਸ਼ਾਹ ਜੀ ਨੇ ਖਤਮ ਕੀਤੇ ਹਨ। ਦਿੱਲੀ ਆਦਿਕ ਪਰਵਾਸੀ, ਔਰ ਦਿੱਲੀ ਦੇ ਵਾਸੀ ਬਹੁਤ ਵੱਡੇ ਜਿਹੜੇ ਯੋਧੇ ਹਨ। ਵੱਡੇ ਜਰਨੈਲ ਸਤਿਗੁਰਾਂ ਦੇ ਨਾਲ ਟਕਰਾ ਕਰਕੇ, ਬਹੁਤ ਵੱਡਾ ਜੰਗ ਕਰਕੇ, ਤੇ ਸਤਿਗੁਰਾਂ ਦੇ ਹੱਥੋਂ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਬੜੇ ਤਗੜੇ ਅਭਿਆਸੀ ਸਨ, ਜਿਨ੍ਹਾਂ ਨੂੰ ਆਪਣੀ ਵਿੱਦਿਆ ਤੇ ਬਹੁਤ ਸੀਗਾ, ਪਰ ਸਤਿਗੁਰਾਂ ਦੇ ਸਾਹਮਣੇ ਆ ਕਰਕੇ ਉਹ ਆਪਣੇ ਪ੍ਰਾਣ ਬਚਾ ਨਹੀਂ ਸਕੇ ਔਰ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਗਏ ਸਨ। ਸਤਿਗੁਰਾਂ ਦੀ ਮਹਿਮਾ ਸੂਰਬੀਰਤਾ ਸਾਰੇ ਜਹਾਨ ਦੇ ਵਿੱਚ ਪ੍ਰਗਟ ਹੋਈ ਸੀਗੀ ਤੇ ਸਾਰੇ ਆਖਦੇ ਹਨ ਕਿ ਠੀਕ ਹੈ, ਦਿੱਲੀ ਤੋਂ ਲੈ ਕਰਕੇ ਕਾਬਲ ਤੱਕ ਬਹੁਤ ਵੱਡੇ ਵੱਡੇ ਯੋਧੇ ਜਰਨੈਲ, ਪਰ ਜਿਤਨੇ ਵੱਡੇ ਅਭਿਆਸੀ ਤੇ ਵੱਡੇ ਜਰਨੈਲ ਛੇਵੇਂ ਪਾਤਸ਼ਾਹ ਜੀ ਹਨ। ਵੱਡ ਬਹਾਦਰ ਕਰੇ ਬਖਾਨ ਆਖਦੇ ਸਨ ਕਿ ਛੇਵੇਂ ਪਾਤਸ਼ਾਹ ਜੀ ਦੇ ਸਮ ਬਰਾਬਰ ਕੋਈ ਹੋਰ ਯੋਧਾ ਨਹੀਂ ਹੈ। ਤੇ ਸਤਿਗੁਰਾਂ ਦੇ ਕੋਲ ਥੋੜੀ ਜੀ ਸੈਨਾ ਰਹਿੰਦੀ ਹੈ ਤੇ ਪਰ ਉਹ ਸੈਨਾ ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲਦੀ ਹੈ ਤੇ ਇੰਨੀ ਬਹਾਦਰੀ ਦੇ ਨਾਲ ਗੁਰੂ ਕੇ ਪਿਆਰੇ ਲੜਦੇ ਹਨ ਕਿ ਜਿਹੜੇ ਲੱਖਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦੇ ਹਨ। ਯੋਧੇ ਹੀ ਨਹੀਂ ਹਨ, ਗੁਰੂ ਪੀਰਾਂ ਦੇ ਪੀਰ ਹਨ। ਔਰ ਜਿੱਥੇ ਸਤਿਗੁਰਾਂ ਦੀ ਪੀਰਾਂ ਦੇ ਵਿੱਚ ਧਾਰਮਿਕ ਲੋਕਾਂ ਦੇ ਵਿੱਚ ਬਹੁਤ ਵੱਡਾ ਅਸਥਾਨ ਹੈ, ਮਹਿਮਾ ਹੈ। ਸਤਿਗੁਰੂ ਜੀ ਅਨੇਕਾਂ ਧਾਰਮਿਕ ਪੁਰਸ਼ਾਂ ਨੂੰ ਵੀ ਅਧਿਆਤਮਿਕ ਰਸਤਾ ਦੱਸ ਕੇ ਨਿਹਾਲ ਕਰਦੇ ਹਨ, ਮੁਕਤੀ ਦੀ ਦਾਤ ਦਿੰਦੇ ਹਨ। ਕਹਿਣ ਲੱਗੇ ਉੱਥੇ ਫਿਰ ਮੀਰਨ ਕੇ ਮੀਰ ਸੁਚਾਲਾ, ਕਹਿਣ ਤੋਂ ਭਾਵ ਪਾਤਸ਼ਾਹ ਜੀ ਦੇ ਕੋਲ ਪੀਰੀ ਵੀ ਹੈ ਤੇ ਪਾਤਸ਼ਾਹ ਜੀ ਦੇ ਕੋਲ ਮੀਰੀ ਵੀ ਹੈ। ਜੇ ਬਾਦਸ਼ਾਹ ਦੀ ਬਹੁਤ ਵੱਡੀ ਸ਼ਾਨ ਹੈ, ਸੋਭਾ ਹੈ, ਤੇ ਛੇਵੇਂ ਪਾਤਸ਼ਾਹ ਜੀ ਬਾਦਸ਼ਾਹ ਦੇ ਨਾਲੋਂ ਵੀ ਵੱਧ ਸਮਰੱਥਾ ਰੱਖਦੇ ਹਨ। ਕਹਿਣ ਤੋਂ ਭਾਵ ਸੈਨਾ ਭੇਜੀ ਹੈ ਤੇ ਛੇਵੇਂ ਪਾਤਸ਼ਾਹ ਕੇ ਬਾਦਸ਼ਾਹ ਸ਼ਾਹਜਹਾਨ ਦੀ ਆਖਰਕਾਰ ਬਾਦਸ਼ਾਹ ਪਿੱਛੇ ਹੋ ਗਿਆ ਹੈ। ਇਸ ਕਰਕੇ ਪਾਤਸ਼ਾਹ ਇਕੱਲੇ ਪੀਰਾਂ ਦੇ ਪੀਰ ਹੀ ਨਹੀਂ ਹਨ ਜੀ, ਮੀਰਾਂ ਦੇ ਵੀ ਮੀਰ ਹਨ। ਸਤਿਗੁਰੂ ਬਾਦਸ਼ਾਹ ਤੇ ਸ਼ਾਹਜਹਾਨ ਛੋਟੇ ਸਾਹਮਣੇ ਕੀ ਸਮਰੱਥਾ ਰੱਖਦੇ ਹਨ। ਤੇ 4 ਵਾਰੀ ਨਹੀਂ, 2 ਵਾਰੀ ਨਹੀਂ, 4 ਵਾਰੀ ਵੱਡੀ ਸੈਨਾ ਪਾਤਸ਼ਾਹ ਜੀ ਨੇ ਮਿੱਟੀ ਦੇ ਵਿੱਚ ਮਿਲਾ ਦਿੱਤੀ ਹੈ ਤੇ ਕੋਈ ਵੀ ਜਿਉਂਦਾ ਹੋਇਆ ਆਪਣੇ ਪ੍ਰਾਣ ਲੈ ਕਰਕੇ ਜਰਨੈਲ ਜਿਹੜਾ ਪਾਤਸ਼ਾਹ ਜੀ ਦੇ ਸਾਹਮਣੇ ਹੋਵੇ ਪਰ ਬਾਅਦ ਵਿੱਚ ਵਾਪਸ ਨਹੀਂ ਗਿਆ। ਤੇ ਸਾਰੇ ਜਗਤ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਦੀ ਮਹਿਮਾ, ਜਿੱਥੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਅੰਤ ਸੰਗਤ ਵੱਡੇ ਜੰਗਾਂ ਦੇ ਕਰਕੇ ਤੇ ਵਧਾਈਆਂ ਦੇਣ ਵਾਸਤੇ ਆ ਰਹੀ ਹੈ, ਪਾਤਸ਼ਾਹ ਜੀ ਨੇ ਜੰਗ ਜਿੱਤੇ ਹਨ, ਉੱਥੇ ਅਨੇਕਾਂ ਹੋਰ ਜਿਹੜੇ ਛੋਟੇ ਛੋਟੇ ਰਾਜੇ ਸਨ ਉਹ ਕੰਬ ਗਏ। ਛੇਵੇਂ ਪਾਤਸ਼ਾਹ ਜੀ ਪਹਾੜਾਂ ਵਾਲੇ ਪਾਸੇ ਗਏ ਤੇ ਪਹਾੜੀ ਰਾਜੇ ਵੀ ਸਤਿਗੁਰਾਂ ਦੀ ਵਡਿਆਈ ਸੁਣ ਕੇ ਸ਼ਾਂਤ ਹੋ ਗਏ ਸਨ।
ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੋਂ ਦੇ ਕਈ ਪਹਾੜੀ ਰਾਜੇ ਐਸੇ ਸਨ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਪਹਿਲਾਂ ਜਹਾਂਗੀਰ ਦੀ ਕੈਦ ਦੇ ਵਿੱਚੋਂ ਛਡਾਇਆ ਸੀਗਾ। ਜਦੋਂ ਪਾਤਸ਼ਾਹ ਜੀ ਆਪ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਸਨ ਤੇ ਉਦੋਂ ਇੱਥੋਂ ਦੀਆਂ ਰਿਆਸਤਾਂ ਦੇ ਕਈ ਰਾਜੇ ਵੀ ਉੱਥੇ ਉਮਰ ਕੈਦ ਸਨ, ਜਿਨ੍ਹਾਂ ਨੂੰ ਜਦੋਂ ਪਾਤਸ਼ਾਹ ਜੀ ਫਿਰ ਬਾਹਰ ਆਉਣ ਲੱਗੇ ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਰਿਹਾ ਕਰਵਾਇਆ ਸੀਗਾ, ਕਹਿ ਕਰਕੇ ਬਾਦਸ਼ਾਹ ਨੂੰ ਅਸੀਂ ਤਾਂ ਜਾਵਾਂਗੇ ਜੇ ਇਹਨਾਂ ਰਾਜਿਆਂ ਨੂੰ ਰਿਹਾ ਕੀਤਾ ਜਾਏ। ਇਸ ਕਰਕੇ ਪਾਤਸ਼ਾਹ ਜੀ ਨੂੰ ਬੰਦੀ ਛੋੜ ਵੀ ਉਹ ਰਾਜਿਆਂ ਨੇ ਆਖਿਆ, ਇਹ ਨਾਮ ਦਿੱਤਾ ਸੀਗਾ। ਇਹਨਾਂ ਰਾਜਿਆਂ ਦੇ ਉੱਪਰ ਜਿੱਥੇ ਪਾਤਸ਼ਾਹ ਜੀ ਦਾ ਬਹੁਤ ਵੱਡਾ ਪਾਰਉਪਕਾਰ ਹੈ, ਉੱਥੇ ਸਤਿਗੁਰਾਂ ਦੀ ਬਹਾਦਰੀ ਤੋਂ ਵੀ ਇਹ ਜਾਣੂ ਹੋਏ ਹਨ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਤੋਂ ਜਾਣੂ ਹੋਏ ਹਨ। ਔਰ ਇਸ ਕਰਕੇ ਰਾਜਿਆਂ ਦੇ ਉੱਪਰ ਪਾਤਸ਼ਾਹ ਜੀ ਦਾ ਪਾਰਉਪਕਾਰ ਵੀ ਹੈ ਤੇ ਦੂਸਰਾ ਪਾਤਸ਼ਾਹ ਜੀ ਵੱਡੇ ਬਹਾਦਰ ਹਨ। ਇਸ ਕਰਕੇ ਰਾਜੇ ਜਿਹੜੇ ਪਹਾੜੀ ਸਨ ਉਹ ਜਦੋਂ ਤੱਕ ਸਤਿਗੁਰੂ ਜੀ ਰਹੇ ਬੜੇ ਉਹ ਰਾਜੇ ਵੀ ਸ਼ਾਂਤ ਸਨ। ਦੇਸ਼ ਵਿਦੇਸ਼ਨ ਵਿਧਵਾ ਤੁਰਕਨ ਤੇ ਉਧਰ ਦੇਸ਼ਾਂ ਵਿਦੇਸ਼ਾਂ ਦੀਆਂ ਅਨੇਕਾਂ ਇਸਤਰੀਆਂ ਜਿਨ੍ਹਾਂ ਦੇ ਪਤੀ ਜਿਨ੍ਹਾਂ ਦੇ ਘਰ ਵਾਲੇ ਬਾਦਸ਼ਾਹ ਦੀ ਫੌਜ ਦੇ ਵਿੱਚ ਸਨ ਤੇ ਲੱਖਾਂ ਦੀ ਗਿਣਤੀ ਦੀ ਮੈਦਾਨ ਦੇ ਵਿੱਚ। ਔਰ ਉਹ ਜਿਹੜੀਆਂ ਇਸਤਰੀਆਂ ਦੇਸ਼ ਵਿਦੇਸ਼ਨ ਵਿਧਵਾ ਤੁਰਕਨ ਦੇਸ਼ਾਂ ਦੀਆਂ ਅਨੇਕਾਂ ਤੁਰਕਾਣੀਆਂ ਅਨੇਕਾਂ ਇਸਤਰੀਆਂ ਵਿਧਵਾ ਹੋ ਗਈਆਂ ਹਨ ਔਰ ਉਹ ਬਹੁਤ ਵਰਲਾਪ ਕਰ ਰਹੀਆਂ ਹਨ, ਆਪਣੇ ਆਪ ਨੂੰ ਪਿੱਟਦੀਆਂ ਹਨ, ਪਿੱਟ ਸਿਆਪਾ ਕਰਦੀਆਂ ਹਨ। ਘਰ ਵਾਲੇ ਕਈਆਂ ਦੇ ਮਾਰੇ ਗਏ ਹਨ। ਔਰ ਪਾਤਸ਼ਾਹ ਜੀ ਜਿਹੜੇ ਪੀਰਾਂ ਦੇ ਪੀਰ ਹਨ ਉਹਨਾਂ ਦੇ ਨਾਲ ਆ ਕਰਕੇ ਇਹ ਯੋਧੇ ਲੜੇ ਸਨ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਸਾਰਿਆਂ ਨਾਲੋਂ ਵੱਧ ਅਜ਼ਮਤਾਂ ਦੇ ਮਾਲਕ ਹਨ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਇੱਕ ਵਾਰੀ ਜਿਹੜਾ ਆ ਕੇ ਅੜਿਆ ਉਹ ਤਾਂ ਮਾਰਿਆ ਗਿਆ, ਜਿਹੜਾ ਪਿੱਛੇ ਰਹਿ ਗਿਆ ਉਹ ਭਾਵੇਂ ਦੌੜ ਗਿਆ ਹੋਵੇ ਭਲਾ ਪਿਛਾਂ ਹਟ ਗਿਆ ਹੋਵੇ, ਪਰ ਜਿਹਨੇ ਕਰੰਟ ਟਾਕਰਾ ਕੀਤਾ ਪਾਤਸ਼ਾਹ ਜੀ ਦੇ ਹੱਥੋਂ ਉਹ ਬਚਿਆ ਨਹੀਂ ਹੈ। ਤੇ ਬਾਦਸ਼ਾਹ ਦਾ ਬਹੁਤ ਵੱਡਾ ਜਿਹੜਾ ਲਸ਼ਕਰ ਹੈ ਪਾਤਸ਼ਾਹ ਜੀ ਨੇ ਤੈਸ਼ ਨੈਸ਼ ਕਰ ਦਿੱਤਾ ਹੈ। ਤੇ ਸਾਰੇ ਦੇਸ਼ ਦੇ ਵਿੱਚ ਜਿਹੜੇ ਮੁਗਲ ਔਰ ਅਨੇਕਾਂ ਪਠਾਨ ਹਨ ਔਰ ਵੱਡੇ ਵੱਡੇ ਸੈਯਦ ਪਠਾਨ ਮੁਗਲ ਜਿਨ੍ਹਾਂ ਦਾ ਸੰਬੰਧ ਜੰਗ ਦੇ ਨਾਲ ਹੈ, ਬਹੁਤ ਵੱਡੀ ਜਿਨ੍ਹਾਂ ਦੇ ਕੋਲ ਸ਼ਸਤਰ ਵਿਦਿਆ ਹੈ। ਕਹਿਣ ਲੱਗੇ ਇਹ ਉਸ ਵੇਲੇ ਬਹੁਤ ਵੱਡੀ ਸਿਫਤ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਦੇ ਹਨ। ਭਾਵੇਂ ਆਪ ਵਿਰਾਸਤੀ ਯੋਧੇ ਹਨ, ਕਹਿ ਤੋਂ ਭਾਵ ਪਿਤਾ ਦਾਦੇ ਪੜਦਾਦਿਆਂ ਤੋਂ ਜੰਗ ਨੀਤੀ ਜਾਣਦੇ ਹਨ ਤੇ ਸ਼ਾਸਤਰ ਵਿਦਿਆ ਦੇ ਮਾਹਰ ਹਨ, ਪਰ ਛੇਵੇਂ ਪਾਤਸ਼ਾਹ ਜੀ ਦੇ ਜੰਗੀ ਯੋਧਿਆਂ ਦੀ ਜਿਹੜੀ ਸਿਫਤ ਹੈ ਉਹ ਸੈਯਦਾਂ ਦੇ ਵਿੱਚੋਂ ਮੁਗਲਾਂ ਦੇ ਵਿੱਚੋਂ ਪਠਾਨਾਂ ਦੇ ਵਿੱਚੋਂ ਵੀ ਬਹੁਤ ਵੱਡੀ ਪ੍ਰਗਟ ਹੋਈ ਹੈ। ਔਰ ਉਹ ਸਾਰੇ ਆਖਦੇ ਸਨ ਕਿ ਛੇਵੇਂ ਪਾਤਸ਼ਾਹ ਔਰ ਸਤਿਗੁਰਾਂ ਦੇ ਯੋਧੇ ਸਭ ਤੋਂ ਮਹਾਨ ਬਹਾਦਰ ਹਨ। ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਥੋੜੀ ਜੀ ਸੈਨਾ ਹਮੇਸ਼ਾ ਨਾਲ ਚੱਲਦੀ ਹੈ। ਸੈਨਾ ਦੀ ਗਿਣਤੀ ਭਾਵੇਂ ਬਹੁਤੀ ਨਹੀਂ ਹੈ, ਰਾਜੇ ਮਹਾਰਾਜੇ ਜਦੋਂ ਕਿਤੇ ਲੰਘਦੇ ਸਨ ਤੇ ਉਹਨਾਂ ਦੇ ਬਹੁਤ ਲੰਮੇ ਲੰਮੇ ਲਸ਼ਕਰ ਚੱਲਦੇ ਸਨ, ਬਹੁਤ ਦੂਰ ਤੱਕ ਕਈਆਂ ਮੀਲਾਂ ਤੱਕ ਉਹਨਾਂ ਦੇ ਲਸ਼ਕਰ ਸਨ, ਲੱਖਾਂ ਦੇ ਵਿੱਚ। ਛੇਵੇਂ ਬਹੁਤੀ ਵੱਡੀ ਨਹੀਂ ਹੈ ਪਰ ਉਹਨਾਂ ਦੇ ਕੋਲ ਬਹਾਦਰੀ ਸਤਿਗੁਰੂ ਜੀ ਹੁਕਮ ਕਰਦੇ ਹਨ ਤੇ ਉਹ ਲੱਖਾਂ ਦੇ ਨਾਲ ਟਕਰਾ ਜਾਂਦੇ ਹਨ, ਜਿੱਤ ਪ੍ਰਾਪਤ ਕਰਦੇ ਹਨ ਔਰ ਸਤਿਗੁਰਾਂ ਦੇ ਹੁਕਮ ਦੇ ਵਿੱਚ ਰਹਿ ਰਹੇ ਹਨ। ਛੇਵੇਂ ਪਾਤਸ਼ਾਹ ਜੀ ਦੇ ਵੇਲੇ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੈਨਾ ਦੇ ਅੱਗੇ ਕੋਈ ਅੜਿਆ ਨਹੀਂ ਹੈ ਤੇ ਬਾਅਦ ਵਿੱਚ ਕਿਸੇ ਨੇ ਜੰਗ ਨਹੀਂ ਕੀਤਾ, ਕਿਸੇ ਨੇ ਯੁੱਧ ਨਹੀਂ ਕੀਤਾ ਤੇ ਹਮੇਸ਼ਾ ਅਧੀਨ ਰਹੇ ਹਨ। ਪਰ ਇਹੀ ਰਾਜੇ ਜਿਹੜੇ ਪਹਾੜੀਏ ਸਨ ਇਹ ਅਗਾਂਹ ਜਾ ਕਰਕੇ ਜਿਨ੍ਹਾਂ ਨੂੰ ਪਾਤਸ਼ਾਹ ਜੀ ਕਿਲ੍ਹੇ ਦੇ ਵਿੱਚੋਂ ਜਹਾਂਗੀਰ ਦੀ ਕੈਦ ਦੇ ਵਿੱਚੋਂ ਕਢਵਾਉਂਦੇ ਹਨ,
ਇਹਨਾਂ ਦੇ ਅੱਗੇ ਜਿਹੜੇ ਪੁੱਤ ਪੜਤੋਤਰੇ ਹਨ, ਜਾਂ ਇਹ ਅੱਗੇ ਜਦੋਂ ਰਾਜੇ ਬਣਦੇ ਹਨ ਤੇ ਫਿਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਨਾਲ ਕਈ ਤਰ੍ਹਾਂ ਦੇ ਜੰਗ ਯੁੱਧ ਕਰਦੇ ਹਨ। ਪਰਉਪਕਾਰ ਭੁੱਲ ਗਏ ਔਰ ਗੁਰੂ ਘਰ ਦੇ ਨਾਲ ਫਿਰ ਇਹਨਾਂ ਨੇ ਵੈਰ ਰੱਖਿਆ ਹੈ। ਤੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ 6ਵੇਂ ਪਾਤਸ਼ਾਹ ਜੀ ਨਾਲ ਯੁੱਧ ਕੀਤੇ ਤੇ ਹਮੇਸ਼ਾ ਫਤਿਹ ਹਾਸਲ ਕੀਤੀ ਹੈ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਵੱਡੀ ਮਹਿਮਾ ਹੋਈ ਹੈ। 6ਵੇਂ ਪਾਤਸ਼ਾਹ ਜੀ ਦੇ ਸਮੇਂ ਵੀ ਇਹੀ ਕਿਹਾ ਗਿਆ ਕਿ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰਗਾ ਕੋਈ ਯੋਧਾ ਨਹੀਂ ਹੈ। ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। 6ਵੇਂ ਪਾਤਸ਼ਾਹ ਜੀ ਵੱਡੇ ਮਹਾਨ ਯੋਧੇ ਹਨ। ਇਸ ਤੋਂ ਜਿਹੜਾ ਅਗਲੇ ਦਾ ਇਤਿਹਾਸ ਹੈ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਕਿਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਰਹਿ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ, ਤਾਰਦੇ ਹਨ। ਅੱਜ ਦਾ ਜਿਹੜਾ ਦਿਨ ਹੈ, ਜਿਸ ਤਰ੍ਹਾਂ ਆਰੰਭ ਦੇ ਵਿੱਚ ਆਪਾਂ ਵਚਨ ਕਰ ਰਹੇ ਸੀ ਕਿ ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਗੁਰਦੁਆਰਾ ਸਾਹਿਬ ਦਾ, ਇਹ ਅੱਜ ਵਾਲੇ ਦਿਨ ਤੋਂ 8 ਅਗਸਤ ਔਰ 1922 ਦੇ ਵਿੱਚ ਲੱਗਿਆ ਸੀਗਾ। ਕਾਰਨ ਇਹ ਬਣਿਆ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਵਿਸਥਾਰ ਸਹਿਤ ਵਚਨ ਸਾਂਝੇ ਕਰ ਰਹੇ ਸਾਂ ਕਿ ਦੇਖੋ ਸਹਿਬ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕਰਕੇ ਸੱਚਖੰਡ ਪਿਆਨਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡਾ ਰਾਜ ਇੱਥੇ ਕਾਇਮ ਕੀਤਾ। ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਬਾਅਦ ਉਸ ਵੇਲੇ ਫਿਰ ਲੰਮਾ ਸਮਾਂ ਜਹੀਆ ਖਾਨ ਦਾ, ਜ਼ਕਰੀਆ ਖਾਨ ਦਾ ਜਿਹੜਾ ਸਮਾਂ ਉਹ ਰਿਹਾ ਤੇ ਸਿੱਖਾਂ ਦੇ ਉੱਪਰ ਅੱਤ ਦੇ ਜ਼ੁਲਮ ਕੀਤੇ ਗਏ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ, ਇੱਥੋਂ ਤੱਕ ਕਿ ਇਹ ਦੁਬਾਰਾ ਕਿਤੇ ਫੇਰ ਨਾ ਰਾਜ ਸਥਾਪਿਤ ਕਰਨ। ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਕੀਤਾ ਹੈ, ਇਹ ਫਿਰ ਨਾ ਅੱਗੇ ਆਉਣ, ਇਹਨਾਂ ਦੀ ਸ਼ਕਤੀ ਨੂੰ ਕੁਚਲ ਦਿੱਤਾ ਜਾਵੇ, ਦਬਾ ਦਿੱਤਾ ਜਾਵੇ। ਤੇ ਮੀਰ ਮੰਨੂ ਦੇ ਸਮੇਂ, ਜ਼ਕਰੀਆ ਖਾਨ ਦੇ ਸਮੇਂ ਬਹੁਤ ਵੱਡੇ ਜ਼ੁਲਮ ਸਿੱਖਾਂ ਦੇ ਉੱਪਰ ਕੀਤੇ ਗਏ। ਸਿੱਖ ਜੰਗਲਾਂ ਦੇ ਵਿੱਚ ਰਹਿਣ ਵਾਸਤੇ ਮਜਬੂਰ ਹੋ ਗਏ। ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਗੁਰੂ ਘਰ ਸਨ, ਇਹਨਾਂ ਦੇ ਉੱਪਰ ਮਹੰਤ ਕਾਬਜ ਹੋ ਗਏ। ਮਹੰਤ ਇੱਥੇ ਰਹਿਣ ਲੱਗ ਪਏ, ਜਾਂ ਸਿੱਖਾਂ ਨੇ ਆਪ ਵੀ ਰਜਾਮਤੀ ਦੇ ਨਾਲ ਇਹ ਸੇਵਾ ਨਿਭਾਉਂਦੇ ਸਨ। ਇਹਨਾਂ ਦਾ ਕੋਈ ਸ਼ਸਤਰਾਂ ਦੇ ਨਾਲ, ਜੰਗ ਯੁੱਧ ਨਾਲ ਕੋਈ ਸੰਬੰਧ ਨਹੀਂ ਸੀਗਾ। ਇਸ ਕਰਕੇ ਇਹਨਾਂ ਤੋਂ ਕਿਸੇ ਨੂੰ ਬਹੁਤਾ ਡਰ, ਗੁਰੂ ਕੇ ਸਿੱਖਾਂ ਦੀ ਸਹਿਮਤੀ ਇਹਨਾਂ ਨੂੰ ਮਿਲੀ। ਪਹਿਲਾਂ ਤਾਂ ਇਹਨਾਂ ਨੇ ਮਰਿਆਦਾ ਸਹਿਤ ਆਰੰਭ ਦੇ ਵਿੱਚ ਤਾਂ ਸੋਹਣਾ ਪ੍ਰਚਾਰ ਵੀ ਕੀਤਾ, ਪਰ ਇਹ ਜਿਹੜੇ ਮਹੰਤ ਸਨ, ਉਦਾਸੀਏ, ਇਹ ਸਾਰੇ ਇਹਨਾਂ ਦੇ ਉੱਪਰ ਹਿੰਦੂ ਧਰਮ ਦਾ ਬਹੁਤ ਵੱਡਾ ਪ੍ਰਭਾਵ ਹੈ। ਹੁਣ ਵੀ ਜਿਹੜੇ ਉਦਾਸੀਏ ਮਹੰਤ ਨਿਰਮਲੇ ਹਨ, ਉਹਨਾਂ ਦੀ ਵਿਚਾਰਧਾਰਾ ਦੇ ਉੱਪਰ ਵੇਦਾਂਤ ਦਾ ਤੇ ਜਾਂ ਹਿੰਦੂ ਧਰਮ ਦਾ ਗਹਿਰਾ ਪ੍ਰਭਾਵ ਹੈ, ਵੱਡਾ ਪ੍ਰਭਾਵ ਹੈ। ਹੁਣ ਜਦੋਂ ਇਹ ਮਹੰਤ ਗੁਰੂ ਘਰਾਂ ਦੇ ਵਿੱਚ ਆਏ ਤੇ ਹੌਲੀ ਹੌਲੀ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਤੇ ਆਪਣੀ ਜਿਹੜੀ ਮਰਿਆਦਾ ਇਹਨਾਂ ਨੇ ਕਾਇਮ ਕਰ ਦਿੱਤੀ। ਜਿਸ ਤਰ੍ਹਾਂ ਦੀ ਇਹਨਾਂ ਦੀ ਆਪਣੀ ਵਿਚਾਰਧਾਰਾ ਸੀਗੀ, ਗੁਰੂ ਘਰ ਦੇ ਵਿੱਚ ਵੀ ਇਹਨਾਂ ਨੇ ਉਸੇ ਤਰ੍ਹਾਂ ਦੀ ਮਰਿਆਦਾ ਕਾਇਮ ਕਰ ਦਿੱਤੀ। ਇੱਥੋਂ ਤੱਕ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਜੀ ਜਿਹੜਾ ਸਾਡਾ ਕੇਂਦਰੀ ਅਸਥਾਨ ਹੈ, ਜਿਹੜਾ ਕੇਂਦਰੀ ਅਸਥਾਨ ਸੀਗਾ, ਉੱਥੇ ਵੀ ਇੰਨੀ ਬੇਅਦਬੀ ਹੋਣ ਲੱਗ ਪਈ ਹੈ ਬਾਅਦ ਵਿੱਚ ਕਿ ਉੱਥੇ ਪਰਿਕਰਮਾ ਦੇ ਵਿੱਚ ਦੁਆਲੇ ਦੁਆਲੇ ਮੂਰਤੀਆਂ ਰੱਖ ਦਿੱਤੀਆਂ ਗਈਆਂ ਤੇ ਸਿੱਖਾਂ ਦੇ ਵਿੱਚ ਬਹੁਤ ਸਾਰੇ ਐਸੀ ਹੌਲੀ ਹੌਲੀ ਜਾਂ ਬੇਅਦਬੀ ਹੋਣ ਲੱਗ ਪਈ, ਜਾਂ ਮਰਿਆਦਾ ਦੇ ਵਿੱਚ ਇਤਨੀ ਢਿੱਲ ਆ ਗਈ ਹੈ ਕਿ ਗੁਰੂ ਘਰਾਂ ਦੇ ਵਿੱਚ ਵੀ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ ਹੈ। ਪੱਥਰ ਪੂਜਾ, ਬੁੱਤ ਪੂਜਾ ਤੋਂ ਹਟਾਇਆ ਹੈ
ਤੇ ਸਾਨੂੰ ਸ਼ਬਦ ਦੇ ਪੁਜਾਰੀ ਬਣਾਇਆ ਹੈ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਗੁਰੂ ਕਾ ਸਿੱਖ ਇੱਕ ਅਕਾਲ ਪੁਰਖ ਤੇ ਭਰੋਸਾ ਰੱਖਦਾ ਹੈ ਔਰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਂਦਾ। ਪਰ ਗੁਰੂ ਘਰਾਂ ਦੇ ਵਿੱਚ ਧਾਰਮਿਕ ਅਸਥਾਨਾਂ 'ਤੇ ਸਾਡੇ ਜਿਹੜੇ ਮੁੱਖ ਅਸਥਾਨ ਸਨ ਉੱਥੇ ਮੂਰਤੀਆਂ ਰੱਖ ਦਿੱਤੀਆਂ ਗਈਆਂ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਮੰਦਰਾਂ ਦੇ ਵਿੱਚ ਜਿਹੜੀ ਮਰਿਆਦਾ ਨਿਭਾਈ ਜਾਂਦੀ ਹੈ ਲਗਭਗ ਤਕਰੀਬਨ ਉਹ ਮਰਿਆਦਾ ਜਿਹੜੀ ਸੀਗੀ ਉਸ ਤਰ੍ਹਾਂ ਦੀ ਵਿਚਾਰਧਾਰਾ ਜਾਂ ਉਸੇ ਤਰ੍ਹਾਂ ਦੇ ਕਰਮ ਕਾਂਡ ਪੂਜਾ ਗੁਰੂ ਘਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਵੀ ਹੋਣ ਲੱਗ ਪਈ। ਜ਼ਿਕਰ ਮਿਲਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਆਰਤੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਦੀਵੇ ਜਗ ਰਹੇ ਹਨ, ਸ਼ੰਖ ਵਜਾਏ ਜਾ ਰਹੇ ਹਨ, ਟੱਲੀਆਂ ਵਜਾਈਆਂ ਜਾ ਰਹੀਆਂ ਹਨ ਔਰ ਇਸੇ ਤਰ੍ਹਾਂ ਅੱਗੇ ਫੁੱਲ ਚੜ੍ਹਾਏ ਜਾ ਰਹੇ ਹਨ। ਜਿਸ ਤਰ੍ਹਾਂ ਮੂਰਤੀਆਂ ਦੇ ਨੂੰ ਫੁੱਲ ਦੀ ਸੁਗੰਧੀ ਦਿੱਤੀ ਜਾਂਦੀ ਸੀ, ਫੁੱਲਾਂ ਦੇ ਹਾਰ ਪਾਏ ਜਾਂਦੇ ਸਨ ਔਰ ਮੂਰਤੀਆਂ ਗੁਰੂ ਘਰਾਂ ਦੇ ਵਿੱਚ ਵੀ ਗੁਰੂ ਸਾਹਿਬਾਨਾਂ ਦੇ ਬੁੱਤ ਤੇ ਹੋਰ ਕਈ ਤਰ੍ਹਾਂ ਦੇ ਬੁੱਤ ਬਣਾ ਕੇ ਲਾ ਦਿੱਤੇ ਗਏ। ਬਚਨ ਸਾਂਝੇ ਕਰ ਰਹੇ ਸਕ ਦੇਖੋ, ਕਉ ਬੁੱਤਾਨ ਕੋ ਪੂਜਤ ਹੈ ਪਸ, ਜਿਹੜਾ ਬੁੱਤ ਨੂੰ ਪੂਜਣ ਵਾਲਾ ਹੈ। ਪਾਤਸ਼ਾਹ ਜੀ ਨੇ ਬਚਨ ਕੀਤਾ ਬਿਰਤੀ ਪਸ਼ੂਆਂ ਦੀ ਹੈ, ਪਸ਼ੂ ਬਿਰਤੀ ਹੈ। ਕਉ ਬੁੱਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਮੁਰਦਿਆਂ ਨੂੰ ਪੂਜਣਾ, ਕਬਰਾਂ ਨੂੰ ਪੂਜਣਾ, ਜਠੇਰਿਆਂ ਨੂੰ ਪੂਜਣਾ ਤੇ ਜਾਂ ਬੁੱਤਾਂ ਨੂੰ ਪੂਜਣਾ ਇਹ ਇਨਸਾਨ ਦਾ ਕਰਮ ਨਹੀਂ ਹੈ। ਪਰਮਾਤਮਾ ਇੱਕ ਅਕਾਲ ਪੁਰਖ ਤੇ ਭਰੋਸਾ ਰੱਖਣਾ ਮਨੁੱਖ ਦਾ ਸੁਭਾਅ, ਮਨੁੱਖ ਦਾ ਜੀਵਨ ਹੋਣਾ ਚਾਹੀਦਾ ਹੈ। ਇਤਨਾ ਜ਼ਿਆਦਾ ਗੁਰੂ ਘਰਾਂ ਦੀ ਮਰਿਆਦਾ ਦੇ ਵਿੱਚ ਨਿਗਾਰ ਆ ਗਿਆ ਹੈ ਕਿ ਫਿਰ ਸਿੰਘ ਸਭਾ ਲਹਿਰ ਚੱਲੀ। ਜਿਹੜੇ ਸਿਆਣੇ ਸੂਝਵਾਨ ਵਿਦਵਾਨ ਸਨ ਉਹਨਾਂ ਨੇ ਲਿਖ ਕੇ ਲੇਖ ਬਣਾ ਕੇ ਛਪਾ ਕੇ ਸੰਗਤਾਂ ਦੇ ਵਿੱਚ ਵੰਡੇ ਤੇ ਬਹੁਤ ਸੁਚੇਤ ਕਰਨ ਦਾ ਯਤਨ ਕੀਤਾ ਗਿਆ। ਬਹੁਤ ਸਾਰੀ ਜਾਗਰੂਕਤਾ ਆਈ ਤਾਂ ਸਹੀ, ਪਰ ਇਤਨੀ ਜ਼ਿਆਦਾ ਨਹੀਂ। ਨਿਰੋਲ ਗੁਰੂ ਘਰਾਂ ਦੇ ਵਿੱਚ ਧਰਮ ਦੀ ਜਿਹੜੀ ਮਰਿਆਦਾ ਉਹ ਬਹਾਲ ਨਹੀਂ ਹੋ ਸਕੀ। ਬਾਅਦ ਵਿੱਚ ਲੋੜ ਸੀਗੀ ਕਿ ਇੱਕ ਕੋਈ ਸਾਡੀ ਆਪਣੀ ਸੰਪਰਦਾ ਹੋਵੇ, ਇੱਕ ਆਪਣੀ ਕੋਈ ਸੰਸਥਾ ਹੋਵੇ ਜਿਹੜੀ ਗੁਰੂ ਘਰਾਂ ਦੀ ਮਰਿਆਦਾ ਉਸੇ ਤਰ੍ਹਾਂ ਦੀ ਬਣਾਵੇ ਜਿਸ ਤਰ੍ਹਾਂ ਦੀ ਗੁਰੂ ਸਾਹਿਬਾਨ ਜੋ ਮਰਿਆਦਾ ਜੋ ਗੁਰਬਾਣੀ ਸਾਨੂੰ ਦੇ ਕੇ ਗਏ ਹਨ। ਇਸ ਗੁਰਬਾਣੀ ਦੀ ਕਸਵੱਟੀ ਤੇ ਖਰੀ ਉਤਰਦੀ ਹੋਈ ਜਿਹੜੀ ਮਰਿਆਦਾ ਹੈ ਉਹ ਬਣਾਈ ਜਾਵੇ ਤੇ ਜਿਹੜੀ ਮਹੰਤਾਂ ਦੇ ਦੁਆਰਾ ਜੋ ਕੁਕਰਮ ਕੀਤੇ ਜਾ ਰਹੇ ਹਨ ਗੁਰੂ ਘਰਾਂ ਦੇ ਵਿੱਚ ਉਹ ਬੰਦ ਕੀਤੇ ਜਾਣ, ਖਤਮ ਕੀਤੇ ਜਾਣ। ਸਿੰਘ ਸਭਾ ਨੇ ਬਹੁਤ ਵੱਡਾ ਪ੍ਰਚਾਰ ਥਾਂ ਤੇ ਕੀਤਾ ਹੈ। ਉਸ ਤੋਂ ਬਾਅਦ ਵਿੱਚ ਫਿਰ ਪਹਿਲਾਂ ਧਰਮ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ ਹੈ, ਜਿਹਦਾ ਕੰਮ ਸੀਗਾ ਗੁਰੂ ਘਰਾਂ ਦੇ ਵਿੱਚ ਜਿਹੜਾ ਕੋਈ ਕੁਕਰਮ ਹੋ ਰਿਹਾ ਹੈ, ਬੇਅਦਬੀ ਹੋ ਰਹੀ ਹੈ ਜਾਂ ਉਹ ਕਰਮਕਾਂਡ ਹੋ ਰਹੇ ਹਨ ਜਿਨ੍ਹਾਂ ਦਾ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ। ਠੀਕ ਹੈ, ਹਿੰਦੂ ਧਰਮ ਦੇ ਵਿੱਚ ਜਾਂ ਹੋਰਨਾਂ ਧਰਮਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਹੋਏਗਾ, ਪਰ ਗੁਰੂ ਘਰ ਦੇ ਵਿੱਚ ਕੁਝ ਚੀਜ਼ਾਂ ਦਾ ਖੰਡਨ ਕੀਤਾ ਗਿਆ ਹੈ। ਪਰ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਵੀ ਸਾਰਾ ਕੁਝ ਹੋ ਰਿਹਾ। ਅੱਜ ਵੀ ਕਈ ਪੁਰਾਣੇ ਅਜਿਹੇ ਗ੍ਰੰਥ ਮਿਲਦੇ ਹਨ, ਹੱਥ ਲਿਖਤ ਕਈ ਐਸੇ ਸਰੂਪ ਮਿਲਦੇ ਹਨ ਜਿਨ੍ਹਾਂ ਦੇ ਉੱਤੇ ਅੱਗੇ ਆਰਤੀਆਂ ਵੀ ਕੀਤੀਆਂ ਜਾਂਦੀਆਂ ਸਨ ਜਾਂ ਪੁਰਾਣੇ ਸਮੇਂ ਦੇ ਵਿੱਚ ਗੁਰਬਾਣੀ ਦੇ ਅੰਗਾਂ 'ਤੇ ਟਿੱਕੇ ਲੱਗੇ ਹੋਏ। ਖਿਆਲ ਕਰਨਾ, ਪੁਰਾਣੇ ਜਿਹੜੇ ਸਰੂਪ ਹਨ, ਅੱਜ ਵੀ ਬਹੁਤ ਸਾਰੇ ਸਰੂਪ ਐਸੇ ਹਨ ਜਿਨ੍ਹਾਂ ਸਰੂਪਾਂ ਦੇ ਉੱਪਰ ਟਿੱਕੇ ਲੱਗੇ ਹੋਏ ਹਨ। ਜਿਸ ਤਰ੍ਹਾਂ ਮੂਰਤੀਆਂ ਨੂੰ ਟਿੱਕੇ ਲਾਏ ਜਾਂਦੇ ਹਨ, ਇਸੇ ਤਰ੍ਹਾਂ ਅੰਮ੍ਰਿਤ ਗੁਰਬਾਣੀ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਟਿੱਕੇ ਲਾਏ ਜਾਂਦੇ ਸਨ। ਕਈ ਕੁਛ ਕੀਤਾ ਜਾ ਰਿਹਾ ਹੈ। ਸਤਿਗੁਰਾਂ ਨੇ ਜੋ ਮਰਿਆਦਾ ਦਿੱਤੀ ਸੀ ਉਹਦੇ ਤੋਂ ਜਦੋਂ ਗੁਰੂ ਘਰ ਦੀ ਮਰਿਆਦਾ ਦੂਰ ਹੋਈ ਹੈ ਜਾਂ ਬੇਅਦਬੀ ਹੋਈ ਹੈ ਜਾਂ ਗਲਤ ਰੀਤਾਂ ਆ ਗਈਆਂ ਹਨ ਤੇ ਫਿਰ ਗੁਰੂ ਕੇ ਸਿੱਖਾਂ ਨੇ ਸੋਚਿਆ ਇੱਕ ਐਸੀ ਸੰਸਥਾ ਹੋਵੇ ਤੇ ਇੱਕ ਸੰਸਥਾ ਬਣਾਈ ਗਈ ਹੈ। ਗੁਰਦੁਆਰਾ ਸੁਧਾਰ ਲਹਿਰ ਪਹਿਲਾਂ ਚੱਲੀ ਹੈ ਤੇ ਫਿਰ ਉਸ ਤੋਂ ਅੱਗੇ ਜਾ ਕਰਕੇ ਸ਼੍ਰੋਮਣੀ ਕਮੇਟੀ ਬਣ ਗਈ। ਬਹੁਤ ਸਾਰੇ ਗੁਰੂ ਘਰ ਇਹਨਾਂ ਦੇ ਕੋਲ ਆ ਗਏ। ਕੁਝ ਗੁਰੂ ਘਰ ਐਸੇ ਸਨ ਜਿੱਥੇ ਮਹੰਤ ਪਹਿਲਾਂ ਸੋਹਣੇ ਢੰਗ ਦੇ ਨਾਲ ਸੇਵਾ ਨਿਭਾ ਰਹੇ ਸਨ ਚਿਰਾਂ ਤੋਂ, ਪਰ ਸੇਵਾ ਨਿਭਾਉਣ ਕਰਕੇ ਜਦੋਂ ਉਹਨਾਂ ਦੇ ਕੋਲ ਫਿਰ ਬਹੁਤਾ ਧਨ ਦੌਲਤ ਆ ਗਿਆ, ਸੋਨਾ ਚਾਂਦੀ ਆ ਗਿਆ, ਕਈ ਤਰ੍ਹਾਂ ਦੀ ਜ਼ਮੀਨ ਉਹਨਾਂ ਨੇ ਆਪਣੀ ਖਰੀਦ ਲਈ, ਆਪਣੇ ਨਾਂ 'ਤੇ ਲਵਾ ਲਈ ਤੇ ਫਿਰ ਕਈ ਐਸੇ ਸਨ ਜਿਹੜੇ ਜੀਵਨ ਦੇ ਵਿੱਚ ਉੱਚੇ ਸੁੱਚੇ ਨਹੀਂ ਰਹੇ, ਕਰੈਕਟਰ ਦੇ ਵਿੱਚ ਡਿੱਗ ਗਏ, ਅਯਾਸ਼ੀ ਹੋ ਗਏ।
ਤੇ ਕਈ ਐਸੇ ਵੀ ਅਸਥਾਨ ਸਨ ਜਿੱਥੇ ਨਸ਼ੇ ਚੱਲਦੇ ਸਨ, ਜਿੱਥੇ ਮਾਸ ਖੁੱਲ੍ਹਾ ਵੱਢਿਆ ਜਾਂਦਾ ਸੀ ਤੇ ਬਣਾਇਆ ਜਾਂਦਾ ਸੀ ਗੁਰੂ ਘਰਾਂ ਦੇ ਵਿੱਚ ਮਹੰਤਾਂ ਦੇ ਵੱਲੋਂ। ਐਸਾ ਗੁੰਡਾਗਰਦੀ ਗੁਰੂ ਘਰਾਂ ਦੇ ਵਿੱਚ ਹੋ ਰਹੀ ਸੀ। ਸ੍ਰੀ ਨਨਕਾਣਾ ਸਾਹਿਬ ਜੀ ਦੀ ਧਰਤੀ 'ਤੇ ਮਹੰਤ ਨਾਰਾਇਣ ਦਾਸ, ਉੱਥੇ ਕਈ ਵਾਰੀ ਜੇਕਰ ਕੋਈ ਪਰਿਵਾਰ ਵੀ ਗਿਆ ਤੇ ਨਸ਼ੇ ਦੇ ਵਿੱਚ ਉਹਦੇ ਚੇਲਿਆਂ ਨੇ ਬਲਾਤਕਾਰ ਕੀਤੇ, ਕਈ ਤਰ੍ਹਾਂ ਦੇ ਐਸੇ ਪਾਪ ਕੀਤੇ। ਗੁਰੂ ਘਰ ਵੀ ਜਿਹੜੇ ਹਨ ਉਹ ਸੁਰੱਖਿਅਤ ਨਹੀਂ ਰਹਿ ਗਏ ਸਨ, ਉਹ ਸੇਵ ਨਹੀਂ ਸੀ ਰਹਿ ਗਏ। ਹੁਣ ਲੋੜ ਸੀ ਕਿ ਕੋਈ ਇਹੋ ਜਿਹੀ ਸੰਸਥਾ ਜਿਹੜੀ ਇਹਨਾਂ ਮਹੰਤਾਂ ਨੂੰ ਬਾਹਰ ਕੱਢ ਕੇ ਤੇ ਸਿੱਖ ਸਿੱਧੇ ਤੌਰ 'ਤੇ ਆਪਣੇ ਹੇਠ ਗੁਰੂ ਘਰ ਲੈਣ, ਕਬਜ਼ੇ ਦੇ ਵਿੱਚ ਆਪਣੀ ਤਰੀਕੇ ਨਾਲ ਮਰਿਆਦਾ ਨਿਭਾਉਣ। ਪਰ ਜਿਹੜੇ ਮਹੰਤ ਸਨ ਉਹਨਾਂ ਨੂੰ ਅੰਗਰੇਜ਼ ਸਰਕਾਰ ਦੀ ਸਹਿ ਪ੍ਰਾਪਤ ਸੀਗੀ। ਤੇ ਦੂਸਰਾ ਵਚਨ ਇਹ ਵੀ ਹੈ, ਅੰਗਰੇਜ਼ ਵੀ ਨਹੀਂ ਚਾਹੁੰਦੇ ਸਨ ਕਿ ਗੁਰੂ ਘਰ ਜਿਹੜੇ ਹਨ ਇਹ ਸਿੱਖਾਂ ਦੇ ਕੋਲ ਜਾਣ, ਉਹ ਚਾਹੁੰਦੇ ਸਨ ਮਹੰਤਾਂ ਦੇ ਕੋਲ ਰਹਿਣ। ਕਿਉਂਕਿ ਜਿਹੜੇ ਮਹੰਤ ਸਨ ਆਪਣੇ ਹਿਸਾਬ ਦੇ ਨਾਲ ਚੱਲਦੇ ਸਨ, ਕੋਈ ਬਹੁਤਾ ਗੁਰੂ ਘਰਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ, ਕੋਈ ਸੱਚਾਈ ਦੀ ਗੱਲ ਨਹੀਂ ਹੋ ਰਹੀ, ਅਜੀਲਾ ਪ੍ਰਚਾਰ ਨਹੀਂ ਹੋ ਰਿਹਾ, ਕੋਈ ਧਾਰਾਂ ਨਹੀਂ ਗਾਇਨ ਕੀਤੀਆਂ ਜਾ ਰਹੀਆਂ, ਇਤਿਹਾਸ ਤੋਂ ਨਹੀਂ ਜਾਣੂ ਕਰਾ ਰਿਹਾ, ਕੋਈ ਕਰਵਾ ਰਿਹਾ। ਇਸ ਕਰਕੇ ਅੰਗਰੇਜ਼ ਵੀ ਖੁਸ਼ ਸਨ, ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀਗਾ ਕਿ ਕੇਵਲ ਸਿੱਖ ਹੀ ਐਸੀ ਕੌਮ ਹੈ ਜਿਹੜੀ ਸਾਡਾ ਮੁਕਾਬਲਾ ਕਰਕੇ ਤੇ ਸਾਡੇ ਤੋਂ ਆਜ਼ਾਦੀ ਲੈ ਸਕਦੀ ਹੈ, ਬਾਕੀਆਂ ਦਾ ਸਾਨੂੰ ਕੋਈ ਡਰ ਨਹੀਂ ਹੈ। ਇਹ ਹੀ ਐਸੇ ਹਨ ਕਿਉਂਕਿ ਭਾਰਤ ਦੇ ਵਿੱਚ ਬਾਕੀ ਸਾਰੇ ਥਾਵਾਂ 'ਤੇ, ਬਾਕੀ ਭਾਰਤ ਦੀ ਜਗ੍ਹਾ 'ਤੇ ਪਹਿਲਾਂ ਕਬਜ਼ਾ ਹੋ ਗਿਆ 100 ਸਾਲ। ਪੰਜਾਬ ਦੇ ਵਿੱਚ ਅੰਗਰੇਜ਼ 100 ਸਾਲ ਬਾਅਦ ਵਿੱਚ ਆਇਆ ਹੈ। ਸਿੱਖਾਂ ਦੀ ਬਹਾਦਰੀ ਕਰਕੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਕਰਕੇ। ਪਰ ਅੰਗਰੇਜ਼ ਚਾਹੁੰਦਾ ਸੀਗਾ ਕਿ ਜੇ ਬੜਾ ਔਖੇ ਢੰਗ ਦੇ ਨਾਲ ਰਾਜ ਮਿਲਿਆ ਹੈ ਤੇ ਸਿੱਖਾਂ ਨੂੰ ਹਮੇਸ਼ਾ ਨੀਵੇਂ ਰੱਖਿਆ ਜਾਏ, ਇਹਨਾਂ ਨੂੰ ਖੁੱਲ੍ਹ ਨਾ ਦਿੱਤੀ ਜਾਵੇ, ਗੁਰੂ ਘਰ ਨਾ ਦਿੱਤੇ ਜਾਣ। ਜੇ ਇਹਨਾਂ ਨੂੰ ਗੁਰੂ ਘਰ ਦਿੱਤੇ ਗਏ ਤੇ ਇਹ ਪ੍ਰਚਾਰ ਕਰਨਗੇ, ਇਕੱਠੇ ਹੋਣਗੇ, ਫਿਰ ਸਾਡਾ ਮੁਕਾਬਲਾ ਕਰਨਗੇ, ਸਾਨੂੰ ਇੱਥੋਂ ਭੇਜਣਗੇ, ਕੁਰਬਾਨੀਆਂ ਕਰਨਗੇ, ਲੜਨਗੇ, ਸੰਘਰਸ਼ ਕਰਨਗੇ ਤੇ ਸਾਡਾ ਇੱਥੇ ਟਿਕਣਾ ਮੁਸ਼ਕਲ ਹੈ। ਇਸ ਕਰਕੇ ਅੰਗਰੇਜ਼ ਵੀ ਨਹੀਂ ਸੀ ਚਾਹੁੰਦਾ ਕਿ ਗੁਰੂ ਘਰ ਸਿੱਖਾਂ ਦੇ ਕੋਲ ਜਾਣ ਤੇ ਸਿੱਖਾਂ ਦਾ ਇੱਥੇ ਕਬਜ਼ਾ ਹੋਵੇ, ਆਪਣੇ ਢੰਗ ਦੇ ਨਾਲ ਪ੍ਰਚਾਰ ਕਰਨ। ਹੁਣ ਇੱਕ ਸੁੰਦਰ ਦਾਸ, ਇੱਕ ਮਹੰਤ ਹੈ, ਗੁਰੂ ਕਾ ਬਾਗ ਗੁਰਦੁਆਰਾ ਜਿਹੜਾ ਹੈ ਉਹਦੇ ਕੋਲ ਹੈ ਤੇ ਉੱਥੇ ਇਹਨੇ ਗੁਰੂ ਕੇ ਜਿਹੜੇ ਸਿੱਖ ਸਨ, ਜਿਹੜੇ ਉੱਥੇ ਸੇਵਾ ਨਿਭਾ ਰਹੇ ਸਨ, ਜਿਹੜੇ ਜਦੋਂ ਕਮੇਟੀ ਬਣੀ ਤੇ ਜਿਹੜੇ ਮੁਲਾਜ਼ਮ ਸਨ ਉੱਥੇ ਸੇਵਾ ਨਿਭਾ ਰਹੇ ਸਨ, ਤੇ ਉਸ ਵੇਲੇ ਅੰਗਰੇਜ਼ ਸਰਕਾਰ ਪੁਲਿਸ ਦੀ ਸਹਿ ਲੈ ਕਰਕੇ ਮਹੰਤ ਜਿਹੜਾ ਸੁੰਦਰ ਦਾਸ ਹੈ ਉਹਨੇ ਸਿੱਖ ਗੁਰੂ ਕੇ ਲੰਗਰਾਂ ਵਾਸਤੇ ਲੱਕੜਾਂ ਕੱਟ ਰਹੇ ਸਨ, ਜਿਨ੍ਹਾਂ ਦੇ ਉੱਪਰ ਅਤਿਆਚਾਰ ਕੀਤਾ ਗਿਆ, ਹਮਲਾ ਕੀਤਾ ਗਿਆ। ਬਾਅਦ ਵਿੱਚ ਪੁਲਿਸ ਨੇ ਇਹਨਾਂ ਨੂੰ ਪਕੜ ਲਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ 6 ਮਹੀਨਿਆਂ ਦੀ ਕੈਦ ਦੇ ਵਿੱਚ ਪਾ ਦਿੱਤਾ ਗਿਆ। ਗੁਰੂ ਘਰ ਦੇ ਸੇਵਾਦਾਰ ਮੁਲਾਜ਼ਮ ਸਨ ਤੇ ਗੁਰੂ ਘਰ ਦੀ ਜਗ੍ਹਾ ਦੇ ਵਿੱਚੋਂ, ਜ਼ਮੀਨ ਦੇ ਵਿੱਚੋਂ ਹੀ ਇਹ ਲੱਕੜਾਂ ਲੈਣ ਵਾਸਤੇ ਗਏ ਸਨ ਤੇ ਇਹਨਾਂ 'ਤੇ ਕੇਸ ਬਣਾ ਕਰਕੇ ਤੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ। ਸਿੱਖਾਂ ਨੇ ਫਿਰ ਗੁਰੂ ਘਰ ਦਾ ਪੂਰਨ ਜਿਹੜਾ ਸੇਵਾ ਉਹ ਆਪਣੇ ਕੋਲ ਲੈਣ ਵਾਸਤੇ ਜਿਹੜਾ ਮੋਰਚਾ ਅੱਜ ਵਾਲੇ ਦਿਨ ਆਰੰਭ ਕੀਤਾ। ਅੱਜ ਵਾਲੇ ਦਿਨ ਫਿਰ ਪਹਿਲਾਂ 20-20 ਸਿੰਘਾਂ ਦੇ ਜਥੇ ਗਏ ਤੇ ਸਿੱਖਾਂ ਨੇ ਮਨ ਬਣਾਇਆ, ਅਰਦਾਸ ਕੀਤੀ ਕਿ ਆਪਾਂ ਇਹ ਜਿਹੜਾ ਮੋਰਚਾ ਹੈ ਸ਼ਾਂਤਮਈ ਰੱਖਣਾ ਹੈ, ਸ਼ਾਂਤਮਈ, ਕੋਈ ਮੁਕਾਬਲਾ ਨਹੀਂ ਕਰਨਾ, ਪਹਿਲਾਂ ਕਿਸੇ 'ਤੇ ਹਮਲਾ ਨਹੀਂ ਕਰਨਾ, ਸ਼ਾਂਤਮਈ ਮੋਰਚਾ ਰੱਖਣਾ ਹੈ। ਤੇ ਇਹ ਸਿੱਖ ਸ਼ਾਂਤਮਈ ਜਾਂਦੇ ਸਨ ਤੇ ਅੰਗਰੇਜ਼ ਸਰਕਾਰ ਸੁੰਦਰਦਾਸ ਮਹੰਤ ਦੀ ਸਹਿ ਦੇ ਨਾਲ, ਵਿਉਂਤਬੰਦੀ ਦੇ ਨਾਲ ਸਿੱਖਾਂ ਨੂੰ 20-20 ਜਿਹੜੇ ਸਿੱਖ ਜਾਂਦੇ ਸਨ ਉਹਨਾਂ 'ਤੇ ਜ਼ੁਲਮ ਵੀ ਕਰਦੇ ਸਨ, ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕਰੀ ਜਾ ਰਹੇ ਸਨ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਖਾਲਸਾ ਇਕੱਠਾ ਹੋਇਆ। ਸਲਾਹ ਇਹੀ ਹੋਈ ਕਿ ਅਜੇ ਵੀ ਸ਼ਾਂਤਮਈ ਮੋਰਚਾ ਹੀ ਚਲਾਇਆ ਜਾਏਗਾ। ਫਿਰ 100 ਸਿੰਘਾਂ ਦਾ ਜਥਾ ਜਿਹੜਾ ਹੈ ਉਹ ਅੰਮ੍ਰਿਤਸਰ ਤੋਂ 15-20 ਕਿਲੋਮੀਟਰ ਦੀ ਦੂਰੀ 'ਤੇ ਜੋ ਇਹ ਗੁਰੂ ਕਾ ਬਾਗ, ਜਿੱਥੇ ਕਦੇ ਪੰਚਮ ਪਾਤਸ਼ਾਹ ਜੀ ਨੇ ਚਰਨ ਪਾਏ, ਕਦੇ 9ਵੇਂ ਪਾਤਸ਼ਾਹ ਜੀ ਨੇ ਜਿਸ ਜਗ੍ਹਾ ਨੂੰ ਨਿਹਾਲ ਕੀਤਾ ਹੈ, ਇੱਥੇ ਸਿੱਖ ਜਾਂਦੇ ਹਨ ਗੁਰੂ ਘਰ ਦੀ ਸੇਵਾ ਸੰਪੂਰਨ ਤੌਰ 'ਤੇ ਲੈਣ ਵਾਸਤੇ। ਪਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ।
तकरीबन इस इलाके दियां अंग्रेज सरकार वेले सारियां जेलां भरीਆਂ गईयां। 1922 ਦਾ ਸਮਾਂ है। फिर एक वारी इस समय के दौरान ही एक साका होर हुंदा है। जदों पंजाब दीयां जेलां बहुत सारियां भरीਆਂ गईयां, फिर एक ट्रेन भर के सिखां दी जिन्हां नूं गिरफ्तार किया गया सी, जिहड़ा 100 जत्था जांदा सी, इन्हां नूं रखिया गया सी कैद दे विच। इन्हां दी एक ट्रेन जा रही सी अटक वाले पासे, अंग्रेज लै करके जा रहे सन। तो पंजा साहिब जी की पवित्र धरती ते ये जिहड़े भुखण भाने सिख सन, संघर्षमई योधे, इन्हां नूं संगतां ने मन बनाया कि इन्हां दे विच जिहड़े सिख गिरफ्तार किए गए सन, इन्हां दे विच प्रोफैसर साहिब सिंह वर्गे जिहड़े पहलां सिंह सभा लहर दे विच सन, बाद विच गुरुद्वारा सुधार लहर दे विच भी सन, और इस तरह प्रधान उस वेले महताब सिंह, और इस तरह होर भाई रवेल सिंह जी, भाई केर सिंह जी वर्गे, और भाई सरमुख सिंह झबाल वर्गे, अनेकां होर गुरु के प्यारे, और मास्टर तारा सिंह वर्गे, ये सारे गिरफ्तार करके ते अनेकां होर गुरु के सिखां नूं अटक वाले पासे लिजाया जा रहा सीगा। पंजा साहिब जी की पवित्र धरती ते 30 अक्तूबर वाले दिन जदों रेल जा रही सीगी, सिखां ने मन बनाया कि कई दिनों तो भुखे भाने सिख रखे गए हैं, मार कुटाई भी हुई है, कई तरह के तसीहे भी दिते गए हैं, इन्हों लंगर छकाया जाए। ट्रेन जा रही सी, और जिहड़ा उस वेले उत्थे जो सिपाही सीगा, जिन्हों ट्रेन रोकण वास्ते बेनती की गई है, पर वो नहीं मन्निया। ट्रेन रोकण वास्ते ये मन्ने नहीं। आखिरकार गुरु के सिख पंजा साहिब की पवित्र धरती ते उस वेले एक खजानची सिंह सीगा, भाई प्रताप सिंह, और एक भाई करम सिंह, इन्हां दी अगवाई दे विच कि भाई आपां संगतां नूं प्रशादा छकाउणा ही है। बेअंत गुरु के सिख ते अनेकां भैणां भी श्री पंजा साहिब जी की पवित्र गए, सिखां नूं प्रशादा छकावांगे। ट्रेन आई ते भाई प्रताप सिंह, भाई करम सिंह ते अनेकां होर शहीद हो गए, बहुत सारे सिख जख्मी हो गए। पर ट्रेन रुकी, और इन्हां ने अपना जिहड़ा जो बचन सीगा निभाया, ते जिहड़े गुरु के सिख विच सन उन्हां नूं प्रशादा छकाया गया। ट्रेन शरीरां दे उपरों गुजरदी होई अगे जा करके कुछ समा फिर अगे जाके रुक गई है। तो इन्हां ने फिर अपनी जिहड़ी अरदास कीती सी उहदे मुताबक उठे नहीं, कुर्बानी दे दित्ती। और इसे मोर्चे दे विच एक मोर्चा, एक बहुत वड्डी कुर्बानी, एक बहुत वड्डा साका ये होया है। आखिरकार तकरीबन बहुत सारिया जेलां सिखां ने भर दित्तियां। 100 का जत्था रोजाना जाता है गुरु के बाग वाले पासे, तो गिरफ्तार हो जाता है। अंग्रेज बहुत वड्डा अत्याचार कर रहे हैं, पर सिखां ने ये प्रण कर लिया है कि जदों तक संपूर्ण तौर पर यह मोर्चा फतेह नहीं हो जाता, उदों तक असीं पिछे नहीं हटांगे, भावें किन्नियां भी जेलां भरनियां पैण, कुर्बानियां देनियां पैण। वड्डी गिणती 'च सिख गए। आखिरकार फिर अंग्रेज़ां नूं लम्मा समय तो बाद, गिरफ्तारियां तो बाद तकरीबन 6000 की गिरफ्तारी हो चुकी है। सिख 5600 के करीब। इधरों उधरों दूजे धर्म वाले भी लोगों ने, ईसाई धर्म वालियां ने भी, फिर जिहड़े धार्मिक लोग सन जां मुसलमानां ने भी उदों हा दा नारा मारिया है कि भाई गुरु के कोल होने चाहिए हैं। ऐसा अत्याचार गुरु के सिखां ते नहीं होना चाहिए। जदों अंग्रेज सरकार की सारे पासे बदनामी होने लगी है, आखिरकार उन्होंने झुकना पिया, ते गुरु घर की जिहड़ी सेवा संपूर्ण तौर पर सिखां नूं मिली। मोर्चा सीगा फतेह होया। हौली हौली फिर होर भी अनेकां गुरु घर सन जिहड़े रह गए, उन्हां सारियां ते मोर्चे लाए गए। वारी वारी सारे जिहड़े गुरु घर सन वो सिखां दे कोल आए। फिर उस तरह की मर्यादा फिर बहाल की गई। गुरु घरां दे विच जिहड़ियां मूर्तियां पत्थर लगे हुए सन वो चुके गए, ते अनेकां तरह के जिहड़े दीवे जगाए जाते सन, जोतां जगाईयां जांदियां सन, और टल्लियां वजदियां सन, जां जिस तरह मूर्ति की पूजा की जाती सी, इस तरह दीयां पूजा हुंदियां सन जिहड़ियां, वो गुरु के सिखां ने फिर हौली हौली वो सारियां बंद कर दित्तियां।
ਕੁਝ ਚੀਜ਼ਾਂ ਜਿਹੜੀਆਂ ਹਨ ਅਜੇ ਵੀ ਉਹ ਜਿਹੜੀਆਂ ਪੁਰਾਣੀਆਂ ਹਨ ਕਈ ਥਾਵਾਂ 'ਤੇ, ਪਰ ਬਹੁਤ ਜਿਹੜੀ ਮਰਿਆਦਾ ਹੈ ਉਹ ਗੁਰਮਤਿ ਦੇ ਅਨੁਕੂਲ, ਗੁਰਮਤਿ ਦੇ ਅਨੁਸਾਰ ਹੋਈ ਹੈ। ਗੁਰੂ ਕੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਇਹ ਜਿਹੜਾ ਮੋਰਚਾ ਹੈ ਇਹਨੂੰ ਫਤਿਹ ਕੀਤਾ, ਔਰ ਤਾਂ ਹੀ ਸਿੱਖ ਅੱਜ ਜਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਜਿੱਥੇ ਪੁਰਾਣੇ ਸਮੇਂ ਦੇ ਵਿੱਚ ਸਿੱਖਾਂ ਨੇ ਬੰਦ ਕਟਵਾਏ, ਢਵਾਈਆਂ, ਚਰਖੜੀਆਂ ਤੇ ਚੜੇ, ਉੱਥੇ ਇਸ ਸਮੇਂ ਦੇ ਵਿੱਚ ਵੀ ਸਿੱਖਾਂ ਨੇ ਅੰਗਰੇਜ਼ਾਂ ਦਾ ਟ੍ਰੇਨਾਂ ਦੇ ਸਾਹਮਣੇ ਸ਼ਹਾਦਤਾਂ ਔਰ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ ਭਰੀਆਂ। ਤੇ ਇਹ ਜਿਹੜਾ ਮੋਰਚਾ ਹੈ ਬਾਅਦ ਵਿੱਚ ਵੀ ਸਮੇਂ ਦੇ ਨਾਲ, ਪੁਰਾਣੇ ਸਮੇਂ ਦੇ ਵਿੱਚ ਵੀ ਹੋਵੇ, ਗੁਰੂ ਕਾ ਸਿੱਖ ਭਾਈ ਮਹਿਤਾਬ ਸਿੰਘ ਜੀ ਵਰਗੇ ਹੋਣ, ਤੇ ਚਾਹੇ ਬਾਬਾ ਦੀਪ ਸਿੰਘ ਜੀ ਦਾ ਹੋਵੇ ਔਰ ਅਬਦਾਲੀ ਦਾ ਸਮਾਂ ਹੋਵੇ, ਅਨੇਕਾਂ ਜਿਹੜੇ ਸਮੇਂ ਜਿੱਥੇ ਪਹਿਲਾਂ ਵੀ ਬਾਅਦ ਵਿੱਚ ਵੀ ਸਤਿਗੁਰੂ ਸਾਰੇ ਗੁਰੂ ਕੇ ਸਿੱਖਾਂ ਨੂੰ ਦੇ ਚਰਨਾਂ ਦੇ ਵਿੱਚ ਸਾਡੀ ਪ੍ਰਣਾਮ ਸੀਸ ਝੁਕਦਾ ਹੈ ਕਿ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀ ਕਰਕੇ ਗੁਰੂ ਘਰ ਦੀ ਮਰਿਆਦਾ ਬਹਾਲ ਕੀਤੀ ਹੈ, ਉਹਨਾਂ ਨੂੰ ਸਦਕੇ ਹਾਂ ਬਲਿਹਾਰ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਆਓ ਕੁਝ ਕੁ ਸਮੇਂ ਵਾਸਤੇ ਸਾਰੀ ਸੰਗਤ ਭਾਵਨਾ ਸਹਿਤ ਪ੍ਰੇਮ ਦੇ ਨਾਲ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਗੁਰੂ ਗੁਰੂ ਵਾਹਿਗੁਰੂ 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 ਵਾਹਿਗੁਰੂ
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।